नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स ਦੇ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਨੈਨੀ ਨੂੰ ਲੈ ਕੇ ਹਰ ਰੋਜ਼ ਸਾਨੂੰ ਸਵਾਲ ਆ ਰਹੇ ਨੇ ਕਾਲਸ ਆ ਰਹੀਆਂ ਨੇ ਅੱਜ ਨੈਨੀ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ ਨੈਨੀ ਵੀਜ਼ਾ ਦੇ ਬਾਰੇ ਵਿੱਚ ਤੁਸੀਂ ਸੋਚ ਰਹੇ ਹੋ ਆਪਣੀ ਕੁਆਲੀਫਿਕੇਸ਼ਨ ਦੇ ਬਾਰੇ ਵਿੱਚ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਬਾਰੇ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਹੋ ਤੁਸੀਂ ਤਾਂ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਤੁਹਾਡੇ ਲਈ ਜੇ ਕੋਈ ਆਪਸ਼ਨ ਹੁੰਦਾ ਹੋਇਆ ਉਹਦੇ ਬਾਰੇ ਜਾਣਕਾਰੀ भी दी जाएगी नाल अज नैनी प्रोसैस के बारे में जानकारी देवांगे अक्सर सानू कॉल आउंदियां ने कि 2022 दे विच अप्लाई कीता सी कितना समय लगेगा बायोमैट्रिक्स आ चुके ने इस तो बाद कितना समय लगेगा या कुछ डॉक्यूमेंट्स दोबारा मंगा ले गए ने एदा की मतलब है सो अज इस दे बारे में तुहानू डिटेल विच जानकारी देवांगे ते नाल दी नाल जेकर तुसीं इस वेले नैनी के तौर पर आना चाहते हो तो तैयारियां होनी तो करनियां शुरू कर लवो कमर कस लवो क्योंकि प्रोग्राम दोबारा शुरू होने जा रहा है कदों तो होने जा रहा है यदि भी तुहानू जानकारी देवांगे असीं सो साडे नाल जुड़ चुके ने इस संबंधी जानकारी देने लई ग्लोबल विलेज इमीग्रेशन तो हरमनजोत सोडी जी सत श्री अकाल सर थैंक यू सो मच फॉर इनवाइटिंग मी टू योर प्रोग्राम की हाल चाल है सर बहुत चंगा जी नैनी के बारे में थोड़ी जी पहला गलबात करन तो पहला अपडेट के बारे में गलबात कर लीए कहते कल तो अपडेट्स नवी आई है कि भी कुछ टैसट जिहड़े हैगे लैंग्वेज टैसट नूं कैनेडा सरकार ने मानता दे दी है जिवें स्टडी बेस दे विच जिन्हां लोकां ने अप्लाई करना हैगा ਉਹਦੇ ਵਿੱਚ ਆਇਲਟਸ ਦਾ ਵਿੱਚ ਜਿਹੜਾ ਅੰਡਰ ਗ੍ਰੈਜੂਏਟ ਸਟੂਡੈਂਟਸ ਹੈਗੇ ਪਹਿਲਾਂ ਤਾਂ ਹੁੰਦਾ ਸੀ ਕਿ ਸਾਰੇ ਮੋਡਿਊਲ ਵਿੱਚੋਂ 6 ਬੈਂਡ ਹੋਣੇ ਜ਼ਰੂਰੀ ਸੀ ਪਰ ਹੁਣ ਜੇ ਇੱਕ ਮੋਡਿਊਲ ਚੋਂ 5.5 ਬੈਂਡ ਵੀ ਰਹਿ ਜਾਂਦਾ ਤਾਂ ਓਵਰਆਲ 6 ਬੈਂਡ ਹੋਣਗੇ ਅੰਡਰ ਗ੍ਰੈਜੂਏਟ ਸਟੂਡੈਂਟਸ ਵਾਸਤੇ ਤਾਂ ਉਹਨਾਂ ਨੂੰ ਹੁਣ ਉਹ SDS ਜਿਹੜਾ ਸਟੂਡੈਂਟ ਡਾਇਰੈਕਟ ਸਟਰੀਮ ਦੇ ਥੱਲੇ ਆਪਣਾ ਕੇਸ ਅਪਲਾਈ ਕਰ ਸਕਦੇ ਇਹਦੇ ਨਾਲ ਟੋਫਲ ਜਿਹੜਾ ਉਹ PTE ਟੈਸਟ ਹੈ ਤੇ ਹੋਰ 2-4 ਸੈਲਫ ਵਗੈਰਾ ਸਾਰੇ ਵਿੱਚ ਇਨਕਲੂਡ ਹੋ ਰਹੇ ਇਹਨੂੰ ਇਨਕਲੂਡ ਕਰਤਾ ਮਤਲਬ ਬਹੁਤ ਵੱਡਾ ਦਾਇਰਾ ਕਰ ਦਿੱਤਾ ਹੈਗਾ ਜਿਹਦੇ ਵਿੱਚ ਕੋਈ ਵੀ ਸਟੂਡੈਂਟ ਰਹਿ ਨਾ ਜਾਏ ਉਹ ਕਹਿੰਦੇ ਕੈਨੇਡਾ ਇੰਡੀਆ ਬਾਹਰਲੇ ਦੇਸ਼ਾਂ ਨੂੰ ਖਾਲੀ ਕਰਕੇ ਅਸੀਂ ਉਹ ਹੁੰਦਾ ਨਾ ਜਿਵੇਂ ਬੱਸ ਨੇ ਜਾਣਾ ਹੁੰਦਾ ਕਿ ਸਵਾਰੀਆਂ ਅਸੀਂ ਚੜਾ ਲਈਏ ਨਾ ਹੋਏ ਬਾਕੀ ਦੇ ਲੋਕ ਲੈ ਜਾਣ ਉਹਦੇ ਹਿਸਾਬ ਨਾਲ ਕੈਨੇਡਾ ਹੁਣ ਬਹੁਤ ਵੱਡੀ ਤਾਦਾਦ ਦੇ ਸਟੂਡੈਂਟ ਨੂੰ ਨਿਯੋਤਾ ਤੇ ਇਨਵੀਟੇਸ਼ਨ ਦੇ ਰਿਹਾ ਕਿ ਤੁਸੀਂ ਕੈਨੇਡਾ ਪਹੁੰਚੋ ਤੇ ਆਪਣਾ ਜਿਹੜਾ ਜਿਵੇਂ ਸਟਰਗਲ ਕਰਕੇ ਔਰ ਆਪਣੀ ਇਮੀਗ੍ਰੇਸ਼ਨ ਪ੍ਰਾਪਤ ਕਰਕੇ 3-4 ਸਾਲ ਦੇ ਵਿੱਚ ਕੁਝ ਸਾਲਾਂ ਦੇ ਬਾਅਦ ਆਪਣੀ ਸਿਟੀਜ਼ਨਸ਼ਿਪ ਲਓ ਤੇ ਇੱਕ ਪਾਵਰਫੁਲ ਜਿਹੜਾ ਕੈਨੇਡੀਅਨ ਜਿਹੜਾ ਪਾਸਪੋਰਟ ਹੈ ਉਹ ਲੈ ਕੇ ਸਾਰੇ ਦੇਸ਼ਾਂ ਵਿੱਚ ਘੁੰਮੋ ਫਿਰੋ ਐਸ਼ ਕਰੋ ਇੰਜੋਏ ਕਰੋ ਜੀ ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਪਰ ਕੈਨੇਡਾ ਆਉਣਾ ਇੰਨਾ ਸੌਖਾ ਵੀ ਨਹੀਂ ਹੈ ਜਿਨ੍ਹਾਂ ਦੇ ਵੀਜ਼ਾ ਨਹੀਂ ਲੱਗ ਪਾ ਰਹੇ ਹੈਗੇ ਉਹਨਾਂ ਨੂੰ ਪਤਾ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਕਿੰਨਾ ਮੁਸ਼ਕਿਲ ਹੋ ਰਿਹਾ ਹੈ ਮੇਰਾ ਅੱਜ ਹੀ ਇੱਕ ਕੇਸ ਥਰੂ ਹੋਇਆ ਜਿਹਦੇ ਚ 4 ਵਾਰ ਉਹ ਲੇਡੀ ਰਿਫਿਊਜ਼ ਸੀਗੀ ਤੇ ਉਹਦੇ ਬੇਟੇ ਦਾ ਤੇ ਉਹਦਾ ਅੱਜ ਹੀ ਵੀਜ਼ਾ ਉਹਦਾ ਮਿਲਿਆ 4 ਵਾਰ ਰਿਫਿਊਜ਼ ਸੀ ਲੇਡੀ ਪਹਿਲਾਂ ਔਰ ਉਹਨੂੰ ਹੋਪ ਕੋਈ ਨਹੀਂ ਸੀ ਪਰ ਇਹ ਕਿ ਵੀ ਉਹ ਮੇਰੇ ਥਰੂ ਅੱਜ ਮੈਨੂੰ ਉਹ ਇੱਕ ਸਕਸੈਸ ਲੱਭੀ ਔਰ ਜਿਵੇਂ ਮੈਂ ਦੱਸਦਾ ਕਿ ਅੱਜ ਮੈਂ ਦੱਸਣਾ ਸ਼ੁਰੂ ਨਹੀਂ ਕੀਤਾ ਪਰ ਜਿਨ੍ਹਾਂ ਨੇ 1 ਜਨਵਰੀ 2022 ਨੂੰ ਮੇਰੇ ਥਰੂ ਕੇਸ ਲਗਾਏ ਸੀ ਅੱਜ ਇੱਕ ਕੇਸ ਮੇਰਾ ਨਿਕਲਿਆ ਜਿਹਦੇ 'ਚ ਇੰਡੀਪੈਂਡੈਂਟ ਸਿੰਗਲ ਲੜਕਾ ਅਰਾਊਂਡ ਮੇਰੇ ਖਿਆਲ 20 ਜਾਂ 22 ਸਾਲ ਉਹਦੀ ਉਮਰ ਹੋਏਗੀ ਉਹਦਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਦੇ ਥੱਲੇ ਜਿਹੜਾ ਮੈਂ 1 ਜਨਵਰੀ 2022 ਨੂੰ ਕੇਸ ਲਗਾਇਆ ਸੀ ਉਹਦਾ ਅੱਜ ਉਹਨੂੰ ਪਾਸਪੋਰਟ ਰਿਕੁਐਸਟ ਆਈ ਹੈ 1 ਸਾਲ ਤੇ 8 ਮਹੀਨੇ ਬਾਅਦ ਅਗਸਤ ਚੱਲ ਰਿਹਾ तो 1 साल ਤੇ 8 ਮਹੀਨੇ ਬਾਅਦ ਉਹਨੂੰ ਪਾਸਪੋਰਟ ਰਿਕੁਐਸਟ ਆ ਗਈ ਔਰ ਉਹ ਬਹੁਤ ਹੀ ਜਲਦੀ ਬੱਚਿਆਂ ਨੂੰ ਸਾਂਭਣ ਵਾਸਤੇ ਆਪਣਾ ਸੁਪਨਾ ਸਾਕਾਰ ਕਰਨ ਵਾਸਤੇ ਕੈਨੇਡਾ ਪਹੁੰਚੇਗਾ ਜੋ ਇੱਕ ਵਾਰੀ ਪਹਿਲਾਂ ਵਿਜ਼ਟਰ ਵੀਜ਼ਾ ਤੇ ਉਹ ਰਿਫਿਊਜ਼ ਵੀ ਸੀ ਸੋ ਜਦੋਂ ਇਹ ਰਿਫਿਊਜ਼ ਹੋ ਜਾਂਦੀ ਉਸ ਤੋਂ ਬਾਅਦ ਹਿੰਮਤ ਹਾਰ ਜਾਂਦੇ ਪਰ ਮੈਂ ਕਹਿੰਦਾ ਜਿਹੜੇ ਰਿਫਿਊਜ਼ਲ ਵਾਲੇ ਕੇਸਿਸ ਆ ਉਹ ਮੈਨੂੰ ਜ਼ਰੂਰ ਆ ਕੇ ਮਿਲੋ ਕਿਉਂਕਿ ਮੇਰੇ ਕੋਲ 22 ਸਾਲ ਦਾ ਤਜਰਬਾ ਹੈਗਾ ਸਟੱਡੀ ਵੀਜ਼ਾ ਇਮੀਗ੍ਰੇਸ਼ਨ ਤੇ ਨੈਨੀ ਦਾ ਮੈਂ ਥੋੜ੍ਹਾ ਜਿਹਾ ਘੱਟ ਹੈਗਾ ਉਹਦੇ 'ਚ ਮੇਰਾ 22 ਸਾਲ ਨਾ ਹੋ ਕੇ 19 ਸਾਲ ਦਾ ਮੈਨੂੰ ਤਜਰਬਾ ਹੈਗਾ ਕਿਉਂਕਿ ਮੈਂ 19 ਸਾਲ ਤੋਂ नैनी के केसिस डिफरेंट हर 5 साल के बाद ये प्रोग्राम बदलते रहे हैं तो मैं हर 5 साल के बाद जी इन्फॉर्मेशन है वो करते कराते अज जी फाइल मेरी लगाता मैं वो 100% मेरा जो डॉक्यूमेंटेशन है मेरे प्रॉपर डॉक्यूमेंटेशन है तो ये करके रिफ्यूज़ल रेट है ही नहीं बहुत ही बरीक है ਜਿਵੇਂ ਤੁਸੀਂ ਰਿਫਿਊਜ਼ਲ ਰੇਟ ਦੀ ਗੱਲ ਕੀਤੀ ਹੈ ਸਰ ਥੋੜਾ ਜਿਹਾ ਨੈਨੀ ਦੇ ਬਾਰੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਤਾਂ ਇਸ ਵਕਤ ਕਿਹੜੀਆਂ ਫਾਈਲਸ ਪ੍ਰੋਸੈਸ ਚੱਲ ਰਿਹਾ ਤੇ ਕਿਹੜੇ ਦੇ ਉੱਤੇ ਇਸ ਵਕਤ ਛੇਤੀ ਫੈਸਲੇ ਆ ਰਹੇ ਨੇ ਦੇਖੋ ਜਿਹੜੇ ਇਸ ਵਕਤ 2023 ਦੇ ਵਿੱਚ ਜਿਵੇਂ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਦਾ ਪ੍ਰੋਗਰਾਮ ਸੀਗਾ ਇਹ 1 ਜਨਵਰੀ ਨੂੰ ਜਿਵੇਂ ਦੋਨੋਂ ਪ੍ਰੋਗਰਾਮ 1 ਜਨਵਰੀ ਨੂੰ ਖੁੱਲ੍ਹਦੇ ਆ ਇਸ ਵਾਰੀ 1650 ਸੀਟਾਂ ਗੇਨਿੰਗ ਐਕਸਪੀਰੀਅੰਸ ਦੇ ਉੱਤੇ ਖੁੱਲੀਆਂ ਤੇ 1000 ਜਿਹੜੀਆਂ ਸੀਟਾਂ ਸੀਗੀਆਂ ਉਹ ਜਿਨ੍ਹਾਂ ਨੇ ਆਪਣਾ 1 ਸਾਲ ਪੂਰਾ ਕਰ ਲਿਆ ਸੀ ਉਸ ਟਾਈਮ ਤਾਂ ਚਲੋ 2 ਸਾਲ ਸੀ ਕਿਉਂਕਿ 1 ਸਾਲ ਦਾ ਜਿਹੜਾ ਨਿਯੋਤਾ ਹੈ ਉਹ ਤਾਂ ਮਿਨਿਸਟਰ ਨੇ April 30, 2023 ਨੂੰ ਕਿਹਾ ਸੀ ਜਿਨ੍ਹਾਂ ਨੇ 1 ਸਾਲ ਪੂਰਾ ਕਰ ਲਿਆ ਉਹ ਕੁਆਲੀਫਾਈ ਕਰ ਜਾਣਗੇ ਆਪਣੇ PR ਪਰਮਨੈਂਟ ਰੈਜ਼ੀਡੈਂਸੀ ਲੈਣ ਨੂੰ ਸੋ ਜਿਹੜੇ ਤੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਵਾਲੇ ਪ੍ਰੋਗਰਾਮ ਸੀਗੇ ਉਹ ਤਾਂ 1 ਜਨਵਰੀ ਨੂੰ ਹੀ
1650 ਸੀਟਾਂ ਉਹਦੀਆਂ ਖਤਮ ਹੋ ਗਈਆਂ ਸੀ। 2 ਜਾਂ 2.5 ਘੰਟੇ 'ਚ ਹੀ ਪ੍ਰੋਗਰਾਮ ਬੰਦ ਹੋ ਗਿਆ ਸੀ। ਪਰ ਜਿੰਨੇ ਵੀ ਮੈਨੂੰ ਕੇਸਿਸ ਮਿਲੇ ਸੀ ਅਸੀਂ ਸਾਰੇ ਆਪਣੇ ਉਸ ਪੀਰੀਅਡ ਦੇ ਵਿੱਚ ਲਗਾ ਦਿੱਤੇ ਸੀ। ਅਤੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਗੇਨਡ ਐਕਸਪੀਰੀਅੰਸ, ਜਿਵੇਂ PR ਦੀ ਜਿਹੜੀ ਫਾਈਲ ਆ ਉਹ ਵੀ 1 ਫਰਵਰੀ ਨੂੰ ਹੀ 2 ਸਾਲ ਜਿਨ੍ਹਾਂ ਦੇ ਪੂਰੇ ਹੋ ਗਏ ਸੀ, ਉਹਨਾਂ ਨੇ 1 ਫਰਵਰੀ ਨੂੰ ਹੀ ਆਪਣਾ ਕੇਸ ਲਗਾ ਕੇ ਉਹ ਪ੍ਰੋਗਰਾਮ ਵੀ ਬੰਦ ਹੋ ਗਿਆ। ਜਿਹੜੇ 1000 ਐਪਲੀਕੇਸ਼ਨ ਸੀਗੀਆਂ ਅਤੇ 100 ਫੁਟਕਲ ਦੀਆਂ ਐਪਲੀਕੇਸ਼ਨ ਜੋ ਕਿ ਜਿਨ੍ਹਾਂ ਨੂੰ ਕੋਈ ਟੈਕਨੀਕਲ ਪ੍ਰੋਬਲਮ ਸੀਗੀਆਂ ਉਹ ਵਾਲੀਆਂ ਐਪਲੀਕੇਸ਼ਨ ਵੀ ਕੰਪਲੀਟ ਹੋ ਗਈਆਂ। ਤਾਂ 2750 ਸੀਟਾਂ ਜਿਹੜੀਆਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਦੇ ਥੱਲੇ ਬੱਚਿਆਂ ਨੂੰ ਸਾਂਭਣ ਵਾਲੀਆਂ ਸੀ ਉਹ ਖਤਮ ਹੋ ਗਈਆਂ। ਪਰ ਨਾਲ ਨਾਲ ਜਿਹੜਾ ਹੋਮ ਸਪੋਰਟ ਵਰਕਰ ਹੈ ਉਹ ਲਾਸਟ ਈਅਰ ਵੀ ਖਤਮ ਨਹੀਂ ਹੋਇਆ ਸੀ ਪ੍ਰੋਗਰਾਮ। ਮੈਂ ਇੱਕ ਫਾਈਲ 27 ਦਸੰਬਰ 2022 ਨੂੰ ਲਗਾਈ ਸੀ ਅਤੇ ਉਦੋਂ ਵੀ ਤੱਕ ਉਹ ਪ੍ਰੋਗਰਾਮ ਖਤਮ ਨਹੀਂ ਹੋਇਆ ਸੀਗਾ। ਉਹਦੀ ਅਜੇ ਵੀ ਲੋੜ ਸੀਗੀ ਬਜ਼ੁਰਗਾਂ ਨੂੰ ਸਾਂਭਣ ਵਾਸਤੇ, ਇੰਪਲੋਈਜ਼ ਉਹਨਾਂ ਨੂੰ ਚਾਹੀਦੇ ਸੀ। ਤਾਂ ਇਸ ਵਾਰ ਵੀ ਉਹ ਪ੍ਰੋਗਰਾਮ ਅਜੇ ਖਤਮ ਨਹੀਂ ਹੋਇਆ। ਅੱਜ 11 ਅਗਸਤ 2023 ਹੋ ਚੁੱਕਾ ਅਤੇ ਅੱਜ ਵੀ ਤੁਸੀਂ ਜਿਹਨਾਂ ਕੋਲ ਗੇਨਿੰਗ ਐਕਸਪੀਰੀਅੰਸ, ਜਿਹਨਾਂ ਕੋਲ ਗੇਨਿੰਗ ਐਕਸਪੀਰੀਅੰਸ ਤੋਂ ਭਾਵ ਉੱਥੇ ਹੈ ਕਿ ਜਿਨ੍ਹਾਂ ਕੋਲ 1 ਸਾਲ ਤੋਂ ਘੱਟ ਸਮੇਂ ਦਾ ਐਕਸਪੀਰੀਅੰਸ ਹੈਗਾ, ਉਹ ਆਪਣੀ ਫਾਈਲ ਹੋਮ ਸਪੋਰਟ ਵਰਕਰ ਦੇ ਥੱਲੇ, ਹੋਮ ਸਪੋਰਟ ਵਰਕਰ ਦੇ ਵਿੱਚ ਉਹਦਾ ਕੀ ਮਾਨਾ ਹੈਗਾ ਕਿ ਕਿਹੜੇ ਵੀ ਬਜ਼ੁਰਗ ਦੀ ਉਮਰ, ਬਜ਼ੁਰਗ ਤਾਂ ਨਹੀਂ ਕਹਿ ਸਕਦੇ, ਅੱਜ ਕੱਲ੍ਹ ਤਾਂ 65 ਸਾਲ ਵੀ ਯੰਗ ਹੁੰਦੇ, ਜਿਨ੍ਹਾਂ ਦੀ ਵੀ ਉਮਰ 65 ਸਾਲ ਤੋਂ ਉੱਤੇ ਹੈ, ਕੋਈ ਕ੍ਰੋਨਿਕਲ ਹੈ, ਕੋਈ ਡਿਸੇਬਿਲਿਟੀ ਦੀ ਹੈ, ਕੋਈ ਛੋਟਾ ਬੱਚਾ ਵੀ ਹੈ ਤਾਂ ਉਹ ਥੋੜ੍ਹਾ ਕ੍ਰੋਨਿਕ ਜਾਂ ਉਹਨੂੰ ਕੋਈ ਪ੍ਰੋਬਲਮ ਹੈ, ਕੋਈ ਡਿਸੇਬਿਲਿਟੀ 'ਤੇ ਹੈ, ਉਹਦੇ 'ਚ ਉਮਰ ਨਹੀਂ ਦੇਖੀ ਜਾਂਦੀ। ਡਿਸੇਬਿਲਿਟੀ ਵੀ ਜੇ ਉਮਰ ਥੋੜ੍ਹੀ ਵੀ ਹੋਏ ਤਾਂ ਵੀ ਉਹ ਇਨਸਾਨ ਕੁਆਲੀਫਾਈ ਕਰ ਸਕਦਾ ਕਿਸੇ ਨੂੰ ਵੀ ਕੇਅਰ ਗਿਵਰ ਦੇ ਥੱਲੇ ਕੈਨੇਡਾ ਮੰਗਾਉਣ ਵਾਸਤੇ। ਸੋ ਜਿਹੜੀਆਂ ਗੇਨਿੰਗ ਐਕਸਪੀਰੀਅੰਸ ਹੋਮ ਸਪੋਰਟ ਵਰਕਰ ਦੀਆਂ ਐਪਲੀਕੇਸ਼ਨਸ ਹੈ ਉਹ ਵੀ ਲਿਖੀਆਂ ਜਾ ਰਹੀਆਂ। ਜਿਨ੍ਹਾਂ ਦੇ ਅਜੇ ਸਾਲ ਨਹੀਂ ਪੂਰੇ ਹੋਏ ਹੋਮ ਸਪੋਰਟ ਵਰਕਰ ਦੇ ਥੱਲੇ, ਕਿਉਂਕਿ ਜੇ ਸਾਲ ਪੂਰਾ ਹੋ ਗਿਆ, ਸਾਰ ਕੈਨੇਡੀਅਨ ਜਿਹੜੇ ਇੱਥੇ ਰਹਿ ਕੇ ਬਜ਼ੁਰਗਾਂ ਦੀ ਸੇਵਾ ਕਰਕੇ 1 ਸਾਲ ਜਿਹਦਾ ਪੂਰਾ ਹੋ ਗਿਆ, ਉਹਦੀ ਜਿਹੜੀ ਫਾਈਲ ਹੈਗੀ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਜਿਹੜਾ 1000 ਸੀਟਾਂ ਉਹ ਵੀ ਅਜੇ ਪੂਰੀਆਂ ਨਹੀਂ ਹੋਈਆਂ। ਸੋ ਇਹ ਬਹੁਤ ਹੀ ਅੱਛਾ ਮੌਕਾ ਹੈਗਾ। ਇੱਕ ਗੱਲ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਕਿਹੜੀਆਂ ਐਪਲੀਕੇਸ਼ਨ ਉੱਤੇ ਜ਼ਿਆਦਾ ਨਿਪਟਾਰਾ ਹੋ ਰਿਹਾ। ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ 1 ਜਨਵਰੀ 2022 ਨੂੰ ਜਿੰਨੀਆਂ ਵੀ ਮੇਰੀਆਂ ਐਪਲੀਕੇਸ਼ਨਸ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਵਾਲੇ, ਜਿਹਨੂੰ ਆਪਾਂ ਨੈਨੀ ਪ੍ਰੋਗਰਾਮ ਕਹਿੰਦੇ ਹਾਂ, ਉਹਦੇ ਥੱਲੇ ਲੱਗੀਆਂ ਸੀ, 90% ਮੇਰੀਆਂ ਐਪਲੀਕੇਸ਼ਨ 100% ਵੀਜ਼ਾ ਦੇ ਨਾਲ ਅਪਰੂਵ ਹੋ ਚੁੱਕੀਆਂ। ਔਰ ਕੁਝ ਥੋੜ੍ਹੇ ਜਿਹੇ ਕੇਸਿਸ ਮੇਰੇ 1 ਜਨਵਰੀ ਨੂੰ ਜਿਹੜੇ ਹੋਮ ਚਾਈਲਡ ਕੇਅਰ ਦੇ ਥੱਲੇ ਲਾਏ ਸੀ, ਉਹ ਥੋੜ੍ਹੇ ਜਿਹੇ ਮੇਰੇ 2 ਜਾਂ 3 ਕੇਸ ਹੀ ਬਚੇ ਹੋਣਗੇ। 90% ਮੇਰੇ ਥਰੂ ਇੱਥੇ ਪਹੁੰਚ ਚੁੱਕੀਆਂ ਆਲਰੇਡੀ। ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਬਜ਼ੁਰਗਾਂ ਦੇ ਬਾਰੇ ਵਿੱਚ, ਜਾਂ ਤੁਸੀਂ ਗੱਲ ਕੀਤੀ ਹੈ ਕਿ ਵੀ ਕਾਫੀ ਕੇਸਿਸ ਜਿਹੜੇ ਅਪਰੂਵਲਸ ਆ ਰਹੀਆਂ ਨੇ, ਸੋ ਬਜ਼ੁਰਗਾਂ ਦੀ ਜੇ ਸਭ ਤੋਂ ਪਹਿਲਾਂ ਗੱਲਬਾਤ ਕਰੀ, ਤੁਸੀਂ ਕਿਹਾ ਅਜੇ ਵੀ ਕੁਝ ਸੀਟਸ ਅਜੇ ਹੈਗੀਆਂ ਅਜੇ ਵੀ ਹੈਗੀਆਂ। ਸੋ ਜਿਹੜੇ ਮਤਲਬ ਵੀ ਬਜ਼ੁਰਗ ਕਈ ਵਾਰੀ ਇਨਕਮ ਕ੍ਰਾਈਟੇਰੀਆ ਨਹੀਂ ਮੀਟ ਕਰ ਪਾਉਂਦੇ ਹੈਗੇ, ਤਾਂ ਕੀ ਉਹ ਕਿਸੇ ਨੂੰ ਬੁਲਾ ਨਹੀਂ ਸਕਦੇ ਫਿਰ? ਨਹੀਂ, ਐਕਚੁਅਲੀ ਆਪਾਂ ਐਜ਼ਿਊਮ ਕਰਦੇ ਹਾਂ ਕਿ ਵੀ ਆਮ ਤੌਰ 'ਤੇ ਜਿਹੜੇ ਬੱਚੇ ਇੱਥੇ ਰਹਿ ਰਹੇ ਆ ਉਹਨਾਂ ਦੀ ਇਨਕਮ ਚੰਗੀ ਹੁੰਦੀ, ਕਿਉਂਕਿ ਪਹਿਲੀ ਪਨੀਰੀ ਜਿਹੜੇ ਪਹਿਲੇ ਲੋਕ ਇੱਥੇ ਆਏ ਆ ਸ਼ੁਰੂਆਤ ਵਿੱਚ, ਉਹਨਾਂ ਨੇ ਬਹੁਤ ਸਟਰਗਲ ਕੀਤਾ, ਉਹ ਹੁਣ ਬਜ਼ੁਰਗ ਹੋ ਗਏ, ਪਰ ਉਹਨਾਂ ਦੇ ਜਿਹੜੇ ਅੱਗੇ ਬੱਚੇ ਹੈ ਚੰਗੀਆਂ ਜੌਬਾਂ ਲੱਗ ਗਈਆਂ, ਉਹ ਅਫੋਰਡ ਕਰ ਸਕਦੇ ਆ ਜੇ ਬੱਚੇ ਚਾਹਣ। ਕਈ ਵਾਰ ਬੱਚੇ ਹੀ ਨਹੀਂ ਚਾਹੁੰਦੇ, ਕਹਿੰਦੇ ਛੱਡੋ ਪਰਾਂ, ਕਾਹਦੇ ਵਾਸਤੇ ਕਿਸ ਨੂੰ ਮੰਗਾਉਣਾ ਬਾਹਰਲੇ ਦੇਸ਼ਾਂ ਤੋਂ, ਅਗਲੇ ਕਿਸ ਤਰ੍ਹਾਂ ਕੱਲ੍ਹ ਨੂੰ ਬਿਹੇਵ ਕਰੇ, ਚੰਗਾ ਕਰੇ ਮਾੜਾ ਕਰੇ। ਸੋ ਕਈ ਵਾਰ 80% ਦੇ ਪੀਰੀਅਡ ਦੇ ਵਿੱਚ ਜਿਹੜੇ ਬੱਚੇ ਹੈਗੇ, ਜਿਹੜੇ ਬਜ਼ੁਰਗ ਹੈਗੇ, ਜਿਹੜੇ ਬਜ਼ੁਰਗ ਹੋ ਚੁੱਕੇ ਆ, ਉਹਨਾਂ ਦੇ ਬੱਚੇ ਹੀ ਐਗਰੀ ਨਹੀਂ ਕਰਦੇ ਕਿ ਅਸੀਂ ਨਹੀਂ ਮੰਗਾਉਣਾ ਕਿਸੇ ਨੂੰ ਬਾਹਰੋਂ। ਉਸ ਕੇਸ ਦੇ ਵਿੱਚ ਜੇ ਬਜ਼ੁਰਗਾਂ ਕੋਲ ਆਪਣੇ ਹੀ ਪੈਸੇ ਜੋੜੇ ਹੋਏ ਹੋਣ, ਸੇਵਿੰਗ ਵਿੱਚ ਪੈਸਾ ਪਿਆ ਹੋਏ, ਜਿਵੇਂ ਹਸਬੈਂਡ ਵਾਈਫ ਹੈ, ਬਜ਼ੁਰਗ ਹੈ, 65 ਤੋਂ ਉੱਤੇ ਹੈਗੇ, ਥੋੜ੍ਹੀ ਬਹੁਤੀ ਕੋਈ ਪ੍ਰੋਬਲਮ ਹੈ ਜਾਂ ਨਹੀਂ ਵੀ ਪ੍ਰੋਬਲਮ ਹੈ, ਜਾਂ ਕੋਈ ਹੋਰ, ਕਿਉਂਕਿ ਜਿਵੇਂ ਤੁਸੀਂ ਉਮਰ ਤੁਹਾਡੀ ਵੱਧਦੀ ਰਹਿੰਦੀ, ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਤੁਹਾਨੂੰ ਆ ਜਾਂਦੀ ਹੈ। ਸੋ ਉਸ ਕੇਸ ਦੇ ਵਿੱਚ ਜੇ ਉਹਨਾਂ ਕੋਲ ਆਪਣੇ $61,000 $61,000 ਉਹਨਾਂ ਕੋਲ ਆਪਣੇ ਸੇਵਿੰਗ ਵਿੱਚ ਪਿਆ, ਵੈਸੇ ਤਾਂ ਨੋਟਿਸ ਅਸੈਸਮੈਂਟ ਦੇ ਵੀ ਉਹਨਾਂ ਦਾ ਅਪਰੋਕਸੀਮੇਟਲੀ $15,000 ਪਰ ਹੈਡ ਦਿਖਾਈ ਦਿੰਦਾ ਹੈ ਉਹਨਾਂ ਦੀ, ਜੇ ਉਹਨਾਂ ਦੀ ਪੈਨਸ਼ਨ ਲੱਗ ਚੁੱਕੀ ਹੈ। ਜੇ ਪੈਨਸ਼ਨ ਨਹੀਂ ਵੀ ਲੱਗੀ ਅਤੇ ਜੇ ਉਹਨਾਂ ਕੋਲ ਕੁਝ ਵੀ ਨਹੀਂ ਹੈਗਾ, ਨੋਟਿਸ ਅਸੈਸਮੈਂਟ ਬਿਲਕੁਲ ਜ਼ੀਰੋ ਚੱਲ ਰਹੀ ਹੈ, ਤਾਂ ਉਹਨਾਂ ਨੇ $61,000 ਜੇ ਉਹ ਦਿਖਾਉਣਗੇ ਤਾਂ ਉਹ ਕੁਆਲੀਫਾਈ ਕਰ ਜਾਣਗੇ। ਕਿਸੇ ਨੂੰ ਵੀ, ਚਾਹੇ ਪੋਤੇ ਦੋਤੀ, ਜਿਹੜਾ ਮਰਜ਼ੀ ਉਹਨਾਂ ਦੀ ਬੱਚੇ, ਆਪਣੇ ਬੱਚੇ ਹੋਣ, ਉਹਨਾਂ ਨੂੰ ਕੁਆਲੀਫਾਈ ਕਰ ਜਾਣ, ਕਿਉਂਕਿ ਇਹਦੇ ਵਿੱਚ ਇਹ ਬਲੱਡ ਰਿਲੇਟਿਵ ਹੋਏ ਨਾ ਹੋਏ ਕੁਝ ਨਹੀਂ ਫਰਕ ਪੈਂਦਾ, ਜਦ ਤੱਕ ਜਿਹੜੇ ਇੰਪਲੋਈ ਨੂੰ ਤੁਸੀਂ ਬੁਲਾਉਣਾ ਚਾਹ ਰਹੇ ਹੋ ਉਹ ਇੱਕ ਕੁਆਲੀਫਾਈਡ ਨੈਨੀ ਜਾਂ ਕੇਅਰ ਗਿਵਰ ਹੋਏ, ਤਾਂ ਉਹਨਾਂ ਦੇ ਵੀਜ਼ਾਸ ਲੱਗਦੇ ਹਨ, ਮੇਰੇ ਕੋਲ ਲੱਗਦੇ ਆ ਰਹੇ ਹਨ। ਸੋ ਇਹਦੇ ਵਿੱਚ ਇਹ ਹੈ ਕਿ ਜੇ ਤਾਂ ਬੱਚੇ ਸਪੋਰਟ ਕਰ ਦੇਣ ਫਿਰ ਤਾਂ ਕੋਈ ਡਾਕੂਮੈਂਟ ਬਜ਼ੁਰਗਾਂ ਨੂੰ ਦਿਖਾਉਣ ਦੀ ਲੋੜ ਨਹੀਂ, ਪਰ ਜੇ ਉਹ ਬੱਚੇ ਨਾ ਸਪੋਰਟ ਕਰਨ ਅਤੇ 30,000 ਤੁਹਾਡੇ ਹਸਬੈਂਡ ਵਾਈਫ ਦੇ ਵਿੱਚ ਇਨਕਮ ਹੋ ਗਈ, $31,000 ਉਹ ਦਿਖਾਣੇ, ਜੇ ਉਹ ਵੀ ਨਹੀਂ ਦਿਖਾ ਸਕਦੇ ਜਾਂ ਜੇ ਪੈਨਸ਼ਨ ਲੱਗਦੀ ਨਹੀਂ ਸ਼ੁਰੂ ਹੋਈ, ਤਾਂ 61 ਜਾਂ $61,000 ਵੀ ਤੁਸੀਂ ਆਪਣੇ ਅਕਾਊਂਟ ਦਿਖਾ ਲਓਗੇ, ਤਾਂ ਵੀ ਤੁਸੀਂ ਕਿਸੇ ਨੂੰ ਵੀ ਵਰਲਡ ਦੇ ਕਿਹੜੇ ਵੀ ਕੋਨੇ ਤੋਂ
ਨੈਨੀ ਬੇਸ ਦੇ ਉੱਤੇ ਕੈਨੇਡਾ ਮੰਗਾ ਸਕਦੇ। ਸੋ ਜੇਕਰ ਬੱਚਿਆਂ ਦੇ ਲਈ ਨੈਨੀ ਦੀ ਜ਼ਰੂਰਤ ਹੈਗੀ ਆ ਤਾਂ ਵੀ ਸੇਮ ਹੀ ਕ੍ਰਾਈਟੇਰੀਆ ਹੋਏਗਾ ਜਾਂ ਉਹਦੇ ਵਿੱਚ ਕੁਝ ਚੇਂਜਸ ਹੋਣਗੇ? ਸੇਮ ਕ੍ਰਾਈਟੇਰੀਆ, ਕਿਉਂਕਿ ਪ੍ਰੋਗਰਾਮ ਸੇਮ ਹੈ। ਬਜ਼ੁਰਗਾਂ ਤੇ ਬੱਚਿਆਂ ਉਹ ਸੈਪਰੇਟ 2750 ਸੀਟਾਂ ਹੈਗੀਆਂ। ਪ੍ਰੋਗਰਾਮ ਇੱਕੋ ਹੀ ਹੈ। 5,500 ਲੋਕਾਂ ਨੂੰ ਨਿਯੋਤਾ ਦੇਣਾ ਹੈ। ਉਹ 5,500 ਚੋਂ ਹੁਣ ਕਹੀਏ 2,000 ਤਾਂ ਉਹ ਹੋ ਗਏ ਕਿ ਜਿਹਨਾਂ ਕੋਲ ਗੇਨ ਐਕਸਪੀਰੀਅੰਸ ਹੋ ਗਿਆ ਸਾਲ ਦਾ ਤੇ ਸਿੱਧੀ PR ਲੱਗ ਰਹੀ ਹੈ। ਪਰ ਐਜ਼ ਅ ਸੱਚ ਟੋਟਲ ਜਿਹੜਾ ਕੋਟਾ ਹੈਗਾ 5,500 ਸੀਟਾਂ ਦਾ ਹੈਗਾ। ਹੁਣ ਜਿਵੇਂ ਕਮਾ 5,500 ਸੀਟਾਂ, ਉਹਦਾ ਇਹ ਮਤਲਬ ਨਹੀਂ ਹੈ ਕਿ ਹਸਬੈਂਡ ਵਾਈਫ ਤੇ 3 ਬੱਚੇ ਹੈਗੇ ਤਾਂ 5 ਸੀਟਾਂ ਤੁਰ ਗਈਆਂ। ਉਹ ਇੱਕ ਸੀਟ ਹੀ ਗਈ। ਅਜੇ ਵੀ 5,499 ਸੀਟਾਂ ਅਜੇ ਵੀ ਬਾਕੀ ਹੈ। ਜਿਵੇਂ ਤੁਸੀਂ ਇਸ ਦੇ ਬਾਰੇ ਵਿੱਚ ਗੱਲਬਾਤ ਕੀਤੀ ਹੈ ਸਰ, ਆਮ ਤੌਰ ਤੇ ਕਿਹਾ ਜਾਂਦਾ ਕਿ ਵੀ ਨੈਨੀ ਜਾਂ ਕੇਅਰ ਗਿਵਰ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਲਈ ਇੱਕ ਬਹੁਤ ਵਧੀਆ ਆਪਸ਼ਨ ਹੋ ਸਕਦਾ ਹੈ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਹੋਰ ਕਿਸੇ ਵੀ ਨਾਲ ਸਕੋਪ ਨਹੀਂ ਬਣਦਾ, ਖਾਸ ਤੌਰ ਤੇ ਜਿਹੜੇ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਖਾਸ ਤੌਰ ਤੇ 12ਵੀਂ ਪਾਸ ਨੇ। ਕਿ ਸਿਰਫ ਬਾਕੀ +2 ਦੀ ਰਿਕੁਆਇਰਮੈਂਟ ਆ, 12ਵੀਂ ਦੀ ਰਿਕੁਆਇਰਮੈਂਟ ਆ, ਜਾਂ ਇਹਦੀ ਰਿਕੁਆਇਰਮੈਂਟਸ ਵੀ ਚੇਂਜਸ ਆਏ ਨੇ ਇਹਦੇ ਵਿੱਚ ਵੀ? ਨਹੀਂ, ਜਿਹੜੀ ਰਿਕੁਆਇਰਮੈਂਟ ਦੀ ਚੇਂਜਸ ਹੈਗੀਆਂ ਉਹ ਪਿਛਲੇ 10 ਸਾਲ ਤੋਂ ਹੋ ਚੁੱਕੀਆਂ। ਮਤਲਬ 2019 ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਸੀਗਾ 5 ਸਾਲ ਚੱਲਿਆ, ਉੱਥੇ ਵੀ ਰਿਕੁਆਇਰਮੈਂਟ ਹੋ ਗਈ ਸੀ। ਇਹ ਸੀਗਾ ਹੁੰਦਾ ਸੀ ਕਿ ਉਹ LMI ਬੇਸ ਪ੍ਰੋਗਰਾਮ ਲੈਣੀ ਦਾ ਹੁੰਦਾ ਸੀ ਕਿ 12ਵੀਂ ਪਾਸ ਵੀ ਬੱਚਾ ਇੱਥੇ ਪਹੁੰਚ ਜਾਂਦਾ ਸੀ, ਪਰ ਫਿਰ ਇੱਥੇ ਆਉਣ ਤੋਂ ਬਾਅਦ ਉਹਨੂੰ 1 ਸਾਲ ਪੋਸਟ ਸੈਕੰਡਰੀ ਦੀ ਐਜੂਕੇਸ਼ਨ ਲੈਣੀ ਪੈਂਦੀ ਸੀ ਆਪਣੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਸਪੋਰਟ ਕਰਨ ਵਾਸਤੇ। ਪਰ ਹੁਣ ਕੀ ਹੋਇਆ ਕਿ 18 ਜੂਨ 2019 ਨੂੰ ਜਿਹੜਾ ਪ੍ਰੋਗਰਾਮ ਆਇਆ ਉਹਦੇ ਵਿੱਚ ਸਿਰਫ ਉਹੀ ਸਟੂਡੈਂਟ ਕੁਆਲੀਫਾਈ ਕਰ ਸਕਦਾ ਜਾਂ ਕਰ ਰਿਹਾ ਹੈਗਾ ਜਿਹਨੇ 12 ਦੇ ਬਾਅਦ 1 ਸਾਲ ਦੀ ਐਜੂਕੇਸ਼ਨ ਪੋਸਟ ਸੈਕੰਡਰੀ ਦੀ ਐਜੂਕੇਸ਼ਨ ਲਿੱਤੀ ਹੈ। ਹੁਣ ਹੁੰਦਾ ਕਿ ਮੇਰੇ ਕੋਲ ਕਈ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਜਿਹਦੇ ਜੋ ਕਹਿਣਗੇ ਜੀ 12 ਤਾਂ ਮੈਂ ਕੀਤੀਆਂ, 1 ਸਾਲ ਦਾ ਮੈਂ ਨੈਨੀ ਪ੍ਰੋਗਰਾਮ ਕਿਸੇ ਮੇਰੇ ਵਰਗੇ ਸੈਂਟਰ ਤੋਂ ਜਾਂ ਕਿਹੜਾ ਵੀ ਸੈਂਟਰ ਉੱਥੇ ਇੰਡੀਆ 'ਚ ਉੱਥੋਂ ਪੜ੍ਹਾਈ ਕਰ ਲਈ। ਪਰ ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਜੋ ਇਸ ਤਰ੍ਹਾਂ ਦੇ ਸੈਂਟਰ ਹੈਗੇ ਜਿਹੜੇ ਕਿ ਲੋਕਾਂ ਨੇ ਖੋਲ੍ਹੇ ਹੋਏ ਹੈ ਉਹਦੇ ਵਿੱਚ ਉਹਨਾਂ ਦੇ 1 ਸਾਲ ਦੀ ਜਿਹੜੀ ਐਜੂਕੇਸ਼ਨ ਹੈ ਉਹਦੀ ਇਵੈਲੂਏਸ਼ਨ ਨਹੀਂ ਹੁੰਦੀ। ਜੋ ਇਵੈਲੂਏਸ਼ਨ ਨਹੀਂ ਹੋਈ ਤਾਂ ਉਹਨੇ 1 ਸਾਲ ਆਪਣਾ ਬਰਬਾਦ ਕਰ ਲਿਆ ਇਸ ਆਸ ਦੇ ਵਿੱਚ ਕਿ ਸ਼ਾਇਦ ਮੈਂ ਕੈਨੇਡਾ ਪਹੁੰਚ ਸਕਾਂ। 12 ਜੇ ਕਿਸੇ ਨੇ ਪਾਸ ਕੀਤੀ ਉਹ ਹੋਰ ਤਰੀਕੇ ਕੈਨੇਡਾ ਪਹੁੰਚ ਕੇ ਨੈਨੀ ਵਿੱਚ ਕਨਵਰਟ ਕਰਾ ਸਕਦਾ। ਜਿਹੜੇ ਸਿੰਗਲ ਲੋਕ ਹੈ ਮੈਂ ਉਹਨਾਂ ਨੂੰ, ਮੇਰੇ ਕੋਲ ਹੋਰ ਪ੍ਰੋਗਰਾਮ ਹੈਗੇ, ਮੈਂ ਉਹਨਾਂ ਨੂੰ ਨੈਨੀ ਪ੍ਰੋਗਰਾਮ 'ਚ ਨਹੀਂ ਪਾ ਰਿਹਾ ਅੱਜ ਕੱਲ੍ਹ, ਮੈਂ ਹੋਰ ਪ੍ਰੋਗਰਾਮ 'ਚ ਪਾ ਰਿਹਾ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਨੈਨੀ ਪ੍ਰੋਗਰਾਮ ਹੈ ਉਹਦੇ 'ਚ 1.5 ਸਾਲ ਤੋਂ ਪੌਣੇ 2 ਸਾਲ ਲੱਗ ਰਹੇ ਹੈ। ਜਿਨ੍ਹਾਂ ਕੋਲ ਫੈਮਲੀਜ਼ ਹੈਗੀਆਂ ਉਹਨਾਂ ਨੂੰ ਮੈਂ ਇਹਨਾਂ ਪ੍ਰੋਗਰਾਮ 'ਚ ਪਾ ਰਿਹਾ, ਹੋਮ ਚਾਈਲਡ ਕੇਅਰ ਜਾਂ ਹੋਮ ਸਪੋਰਟ ਵਰਕਰ ਦੇ ਵਿੱਚ ਪਾ ਰਿਹਾ। ਜੀ ਆਪਾਂ ਗੱਲ ਕਰਾਂਗੇ ਇਹਦੇ ਬਾਰੇ, ਗੱਲ ਕਰਾਂਗੇ। ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ, ਸਿਡਮੈਂਟਨ ਤੋਂ ਬੋਲਦੇ ਜੀ। ਹਾਂਜੀ, ਸਾਡੇ 22 ਚਲਾਈ ਹੋਈ ਹੈ ਨੈਨੀ ਦੀ ਕੇਅਰ ਗਿਵਰ ਦੀ ਫਾਈਲ, ਤੇ ਮੈਡੀਕਲ ਵੀ ਹੋ ਗਿਆ ਤੇ ਐਮਪਲਾਇਰ ਤੋਂ ਵੀ ਪੇਪਰ ਲੈ ਲਏ ਉਹਨਾਂ ਨੇ, ਤੇ ਫੇਰ ਕਿੰਨਾ ਟਾਈਮ ਲੱਗ ਜਾਂਦਾ ਉੱਥੇ ਬਾਅਦ? ਅਪਲਾਈ ਕਦੋਂ ਕੀਤਾ ਸੀ? 22 ਚ ਕੀਤਾ ਸੀ, ਜਨਵਰੀ 22 ਚ। ਬੱਚੇ ਵਾਸਤੇ, ਬਜ਼ੁਰਗ ਵਾਸਤੇ? ਬੱਚਿਆਂ ਵਾਸਤੇ, ਜਿਹੜਾ ਕੇਅਰ ਗਿਵਰ ਦਾ ਹੈਗਾ ਵਾ ਬੱਚਿਆਂ ਵਾਲਾ, ਬੱਚੇ ਸਾਂਭਣ। ਠੀਕ ਹੈ, ਠੀਕ ਹੈ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜੀ ਸਰ, ਇਹਦੇ 'ਚ ਇਸ ਤਰ੍ਹਾਂ ਹੈ ਕਿ ਸੂਨਰ ਔਰ ਲੇਟਰ ਮੇਰੇ ਸਾਹਮਣੇ ਇਹਨਾਂ ਦਾ ਜਿਹੜੀ ਪਾਸਪੋਰਟ ਰਿਕੁਐਸਟ ਹੈ ਤੁਰ ਪਈ ਹੋਣੀ, ਬਸ ਇਹਨਾਂ ਕੋਲ ਪਹੁੰਚਣ ਦੀ ਹੀ ਦੇਰ ਹੈ। ਜਿਹਨਾਂ ਦਾ ਮੈਡੀਕਲ ਵੀ ਹੋ ਗਿਆ, ਇੰਪਲੋਇਰ ਤੋਂ ਉਹਨਾਂ ਨੇ ਡਾਕੂਮੈਂਟੇਸ਼ਨ ਵੀ ਮੰਗ ਲਿੱਤੀ ਜਿਹਨੂੰ ਕਿ ਉਹ ਪ੍ਰੋਸੀਜਰ ਫੇਅਰਨੈਸ ਲੈਟਰ ਕਹਿੰਦੇ, PFL ਲੈਟਰ ਨਿਕਲਦੀ ਹੈ, ਜੋ ਉਹਦਾ ਜਵਾਬ ਵੀ ਦੇ ਦਿੱਤਾ। ਉਹ ਜਵਾਬ ਪੋਜ਼ਿਟਿਵ ਦਿੱਤਾ ਕਿਉਂਕਿ ਉਹ ਇਹਦੇ 'ਚ ਪੁੱਛਦੇ ਹੈਗੇ ਕਿ ਵੀ ਕੀ ਤੁਹਾਡਾ ਜਿਹੜਾ ਇੰਪਲੋਇਰ ਹੈ ਉਹ ਕੋਈ ਐਮਬੈਸੀ ਤਾਂ ਨਹੀਂ, ਕੋਈ ਕੰਪਨੀ ਤਾਂ ਨਹੀਂ, ਕੀ ਤੁਸੀਂ ਸਿੰਗਲ ਇੰਪਲੋਇਰ ਹੈਗੇ। ਜੋ ਸਾਰੇ ਡਾਕੂਮੈਂਟੇਸ਼ਨ ਦੇਤੀ ਜਾਂ ਉਹਨਾਂ ਨੇ ਨੋਟਿਸ ਅਸੈਸਮੈਂਟ ਮੰਗ ਲਿੱਤੇ ਨਵੇਂ ਮੰਗ ਲਏ, ਜਾਂ ਉਹਨਾਂ ਨੇ ਕਿਹਾ ਅੱਛਾ ਰਿਲੇਸ਼ਨ ਕੀ ਹੈ ਤੁਹਾਡਾ, ਜਿਹਨੂੰ ਤੁਸੀਂ, ਜੇ ਤੁਹਾਡਾ ਬੱਚਾ ਤਾਂ ਕੀ ਤੁਸੀਂ ਰਿਲੇਸ਼ਨਸ਼ਿਪ ਵਗੈਰਾ ਦਿਖਾ ਦਿੱਤੇ, ਜਾਂ ਬਜ਼ੁਰਗ ਹੈ ਉਹਦੇ ਰਿਲੇਸ਼ਨਸ਼ਿਪ ਦਿਖਾਤੇ। ਇਸ ਤਰ੍ਹਾਂ ਕਰਕੇ ਉਹ ਇੱਕ ਡਾਕੂਮੈਂਟੇਸ਼ਨ ਤੁਹਾਡੇ ਤੋਂ ਮੰਗਦੇ ਨੇ। ਜੇ ਉਹ ਤੁਸੀਂ ਪ੍ਰੋਪਰ, ਉਹਦੀ ਈਮੇਲ ਵੀ ਪ੍ਰੋਪਰ ਹੈ, ਜੇ ਉੱਥੇ ਪ੍ਰੋਪਰ ਈਮੇਲ 'ਤੇ ਭੇਜੀ ਹੋਈ ਤੁਹਾਨੂੰ, ਤੁਸੀਂ ਜੇ ਭੇਜੋਗੇ, ਕਿਉਂਕਿ ਉਹ ਜਿਹੜੇ ਈਮੇਲ ਤੋਂ ਆਉਂਦੀ ਹੈ ਉਸ ਈਮੇਲ 'ਤੇ ਨਹੀਂ ਭੇਜਣਾ ਹੁੰਦਾ, ਉਹ ਕੋਈ ਹੋਰ ਈਮੇਲ ਹੁੰਦੀ ਹੈ। ਕਿਉਂਕਿ ਜੇ ਉਹ ਕੀਤਾ ਤਾਂ ਫਿਰ ਤੁਹਾਡਾ ਵੀਜ਼ਾ ਜਾਂ ਪਾਸਪੋਰਟ ਰਿਕੁਐਸਟ ਤੁਰ ਪਈ ਹੈ। ਸੂਨਰ ਔਰ ਲੇਟਰ ਮੈਂ ਕਿਹਾ ਮੈਂ ਨੈਕਸਟ ਟਾਈਮ ਕਦੀ ਆਵਾਂਗਾ ਤੇ ਤੁਸੀਂ ਫੋਨ ਕਰਕੇ ਕਹੋਗੇ ਜੀ ਸਾਡਾ ਤਾਂ ਪਾਸਪੋਰਟ ਰਿਕੁਐਸਟ ਹੀ ਆ ਗਈ। ਜੀ ਬਹੁਤ ਬਹੁਤ ਵਧੀਆ, ਤੇ ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਤੁਸੀਂ ਗੱਲਬਾਤ ਕਰ ਰਹੇ ਸੀ ਕਿ ਕੁਝ ਜਿਹੜੇ ਸਿੰਗਲਸ ਹੁੰਦੇ ਆ ਉਹਨਾਂ ਨੂੰ ਤੁਸੀਂ ਡਿਫਰੈਂਟ ਪ੍ਰੋਗਰਾਮ ਦੇ ਵਿੱਚ ਪਾਉਂਦੇ ਹੋ। ਬਿਲਕੁਲ, ਜਿਹੜੇ ਸਿੰਗਲ ਹੈ ਲੋਕ ਉਹਨਾਂ ਨੂੰ ਮੈਂ ਉਹਦੇ 'ਚ ਇੰਪਲੋਇਰ ਸੇਮ ਹੀ ਰਹਿੰਦਾ, ਮੈਂ ਉਹਦੇ ਵਿੱਚੋਂ ਹੀ ਕੋਈ ਨਾ ਕੋਈ ਨੌਕਰੀ ਕੱਢ ਲੈਂਦਾ ਤੇ ਉਹਨਾਂ ਨੂੰ ਮੈਂ ਸਿੰਗਲ ਨੂੰ ਸੇਮ ਇੰਪਲੋਇਰ ਹੈ, ਬਾਹਰ ਇੱਧਰ ਉੱਧਰ ਧੱਕੇ ਖਾਣ ਦੀ ਲੋੜ ਨਹੀਂ। ਉਹ ਇੱਥੇ 6 ਤੋਂ 7 ਮਹੀਨੇ 'ਚ ਕੈਨੇਡਾ ਪਹੁੰਚ ਜਾਂਦੇ। ਉਹਦੇ ਬਾਅਦ ਮੈਂ ਉਹਨਾਂ ਨੂੰ ਪੜ੍ਹਾਈ ਕਰਾ ਕੇ, ਲੋਕਲ ਇੱਥੇ ਬਿਠਾ ਕੇ ਪੜ੍ਹਾਈ ਕਰਾ ਕੇ 8 ਮਹੀਨੇ ਦੀ, ਕਿਉਂਕਿ ਹੁੰਦਾ ਕਿ ਜੇ ਤੁਸੀਂ ਇੰਡੀਆ ਵਿੱਚ ਪੜ੍ਹਾਈ ਕਰਦੇ ਹੋ ਤੇ 1 ਸਾਲ ਦੀ ਪੜ੍ਹਾਈ ਕਰੋਗੇ। ਇੰਡੀਆ ਵਿੱਚ ਜਿਹੜੇ ਮੋਸਟਲੀ ਜਿਹੜੇ ਕਾਲਜਸ ਸ਼ੁਰੂ ਹੁੰਦੇ ਹਨ ਇੱਕੋ ਹੀ ਉਹਨਾਂ ਦੀ ਇਨਟੇਕ ਹੈ, ਸੈਪਟੰਬਰ ਦੀ ਇਨਟੇਕ ਹੈ। ਹੁਣ ਸੈਪਟੰਬਰ ਤੁਸੀਂ ਹੁਣ ਤਾਂ ਚਲੋ ਅਗਸਤ ਆ ਗਏ, ਸੈਪਟੰਬਰ ਤੁਸੀਂ ਐਡਮਿਸ਼ਨ ਲੈ ਸਕਦੇ ਹੋ, ਪਰ ਤੁਸੀਂ 1 ਸਾਲ ਇੰਡੀਆ 'ਚ ਪੜ੍ਹਦੇ ਰਹੋਗੇ। ਉਹਦੇ ਬਾਅਦ ਤੁਸੀਂ ਨੈਨੀ ਵਾਸਤੇ ਜਦੋਂ ਅਪਲਾਈ ਕੀਤਾ 1.5 ਸਾਲ ਉਹਦੇ 'ਚ ਲੱਗ ਗਿਆ ਤੇ ਇਹ ਤੁਹਾਡੇ 2.5-3 ਸਾਲ ਨਿਕਲ ਗਏ। ਉਹੀ ਮੈਂ ਕੀ ਕਰਾਂਗਾ ਕਿ ਮੈਂ ਇੱਥੇ ਉਹਨਾਂ ਨੂੰ ਮੰਗਾ ਲੈਂਦਾ। ਠੀਕ ਹੈ, ਇੰਪਲੋਇਰ ਸੇਮ ਹੈ,
EMPLOYER ਸੇਮ ਹੈ ਪਰ ਡਿਫਰੈਂਟ ਪ੍ਰੋਗਰਾਮ ਦੇ ਥੱਲੇ ਮੈਂ ਉਹਨੂੰ ਇੱਥੇ ਮੰਗਾ ਲਾਂ। ਮੈਂ ਕਈ ਲੋਕਾਂ ਨੂੰ ਇਸ ਤਰ੍ਹਾਂ ਹੀ ਕਰ ਰਹੇ ਜਿਹੜੇ ਸਿੰਗਲ ਹੈ, ਉਹਦੇ ਕੀ ਹੈ ਉਹ ਇੱਥੇ 7 ਮਹੀਨੇ 'ਚ ਪਹੁੰਚ ਗਏ। ਜੇ ਕੈਨੇਡਾ ਪਹੁੰਚ ਹੀ ਗਏ, ਆਨਲਾਈਨ ਪੜ੍ਹਾਈ ਕਰਾ ਦਾਂਗਾ ਤੇ ਫਿਰ ਮੈਂ ਉਹਨਾਂ ਨੂੰ ਨੈਨੀ ਵਰਕ ਪਰਮਿਟ 'ਚ ਪਾ ਕੇ ਜਿੰਨਾ ਟਾਈਮ ਇੰਡੀਆ ਤੋਂ ਇੱਕ ਫੈਮਿਲੀ ਨੂੰ ਆਉਂਦੇ ਲੱਗ ਰਿਹਾ, ਉਹ 1.5-2 ਸਾਲ 'ਚ ਫੈਮਿਲੀ ਇੱਥੇ ਪਹੁੰਚਦੀ ਹੈ। ਉਹਦੇ ਬਾਅਦ ਉਹਨੂੰ 1 ਸਾਲ ਕਰਨੀ ਹੁੰਦੀ ਹੈ ਨੌਕਰੀ ਤੇ ਫਿਰ PR ਮਿਲਦੀ ਹੈ ਜੀ। ਜਿਹੜਾ ਮੈਂ ਕੇਸ ਚੁੱਕ ਰਿਹਾ ਜਿਹਦੇ 'ਚ ਮੈਂ ਸਿੰਗਲ ਲੋਕਾਂ ਨੂੰ ਜਿਵੇਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਵਿੱਚ 7 ਮਹੀਨੇ ਇੱਥੇ ਪਹੁੰਚ ਗਏ, 1 ਸਾਲ ਕੰਮ ਕੀਤਾ। ਜਿੰਨਾ ਟਾਈਮ ਇੰਡੀਆ ਤੋਂ ਲੋਕਾਂ ਨੂੰ ਜਾਂ ਬਾਹਰਲੇ ਦੇਸ਼ਾਂ ਤੋਂ ਲੋਕਾਂ ਨੂੰ ਆਉਣ ਨੂੰ ਇੱਥੇ ਲੱਗ ਰਿਹਾ, ਉਹਦੇ ਤੱਕ ਮੈਂ ਉਹਨਾਂ ਦੀ ਐਕਸਪੀਰੀਅੰਸ ਕੰਪਲੀਟ ਕਰਵਾ ਦਾਂਗਾ ਤੇ ਫਿਰ PR ਦੀ ਐਪਲੀਕੇਸ਼ਨ ਲੱਗ ਜਾਏਗੀ। ਕੋਈ ਏਜ ਕ੍ਰਾਈਟੇਰੀਆ ਵਗੈਰਾ ਵੀ ਹੈਗਾ ਦੇ ਵਿੱਚ? ਇੰਨਾ ਬਿਊਟੀਫੁਲ ਪ੍ਰੋਗਰਾਮ ਹੈ, ਇਹਦੇ 'ਚ ਕੋਈ ਏਜ ਕ੍ਰਾਈਟੇਰੀਆ ਨਹੀਂ। ਤੁਸੀਂ ਦੇਖੋ ਜਿੰਨੇ ਵੀ ਬਾਕੀ ਪ੍ਰੋਗਰਾਮ ਹੈਗੇ, ਚਾਹੇ ਤੁਸੀਂ ਸੋਚੋਗੇ ਠੀਕ ਹੈ ਮੈਂ ਪ੍ਰੋਵਿੰਸ਼ੀਅਲ ਨੋਮੀ ਪ੍ਰੋਗਰਾਮ ਕਰ ਲਵਾਂ ਜਾਂ ਮੈਂ ਐਕਸਪ੍ਰੈਸ ਸੈਂਟਰੀ ਤੇ ਲਗਾ ਲਵਾਂ, ਜਿਹੜੇ ਲੋਕ ਕੁਆਲੀਫਾਈ ਕਰ ਰਹੇ ਉਹ ਵੀ ਕੁਆਲੀਫਾਈ ਨਹੀਂ ਕਰਦੇ, 12ਵੀਂ ਵਾਲਾ ਤਾਂ ਕਰ ਹੀ ਨਹੀਂ ਸਕਦਾ। ਸੋ ਉਹਦੇ 'ਚ ਜਿਹੜਾ ਇਹ ਪ੍ਰੋਗਰਾਮ ਹੈ, ਇਹਦੇ 'ਚ ਸਿਰਫ 3 ਚੀਜ਼ਾਂ ਦਾ ਕ੍ਰਾਈਟੇਰੀਆ। ਇੱਕ ਤਾਂ ਤੁਹਾਡੇ ਕੋਲ ਜਿਹੜੀ ਐਜੂਕੇਸ਼ਨ ਹੋਏ 12+1, ਇੱਕ ਤੁਹਾਡੇ ਕੋਲ ਆਇਲਟਸ ਹੋਏ 5 ਬੈਂਡ ਦੀ, ਠੀਕ ਹੈ, ਇੱਕ ਤੁਸੀਂ ਨੈਨੀ ਦਾ ਪ੍ਰੋਗਰਾਮ ਪੜ੍ਹਿਆ ਹੋਏ ਤੇ ਥੋੜਾ ਬਹੁਤਾ ਐਕਸਪੀਰੀਅੰਸ ਹੋਏ, ਠੀਕ ਹੈ। 3 ਚੀਜ਼ਾਂ ਜੋ ਵੀ ਆਪਾਂ ਜੇ ਮੈਂ ਕਹਾਂ ਮੈਂ ਅਕਾਊਂਟੈਂਟ ਬਣਨਾ ਹੈ ਤਾਂ ਮੈਂ ਕੋਈ ਨਾ ਕੋਈ ਪ੍ਰੋਗਰਾਮ ਟੈਲੀ ਸਿੱਖਾਂਗਾ ਜਾਂ ਮੈਂ ਕੋਈ ਕੁਇਕ ਬੁੱਕ ਸਿੱਖਾਂਗਾ, ਉਹਦੇ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਹੋਏਗਾ ਤਾਂ ਹੀ ਮੈਨੂੰ ਉਹਦੀ ਇਲਮ ਹੋਏਗੀ, ਉਹਦੇ ਮੈਨੂੰ ਨੌਲੇਜ ਹੋਏਗੀ। ਮੈਂ ਇਹ ਨਹੀਂ ਹੈ ਕਿ ਮੈਂ ਕੰਮ ਤਾਂ ਕੁਝ ਹੋਰ ਕਰ ਰਿਹਾ ਤੇ ਇਹਦੇ ਕਰਕੇ ਇੱਕ ਐਜੂਕੇਸ਼ਨ ਹੋਏ, ਇੱਕ ਉਹਦੇ ਕੋਲ ਆਇਲਟਸ ਦੇ 5 ਬੈਂਡ। 5 ਦੇਖੋ ਕਿਹੜਾ ਪ੍ਰੋਗਰਾਮ ਹੈਗਾ ਜਿਹਦੇ 'ਚ 5 ਬੈਂਡ ਦੇ ਨਾਲ, ਔਰ ਇਹ ਐਸਾ ਪ੍ਰੋਗਰਾਮ ਹੈ ਜਿਹਦੇ 'ਚ ਨੰਬਰਿੰਗ ਸਿਸਟਮ ਨਹੀਂ, ਏਜ ਦਾ ਕੋਈ ਕ੍ਰਾਈਟੇਰੀਆ ਨਹੀਂ, ਕੋਈ ਨੰਬਰਿੰਗ ਸਿਸਟਮ ਨਹੀਂ ਕਿ ਤੁਹਾਨੂੰ ਇੰਨੇ ਪੁਆਇੰਟਸ ਲੈਣੇ ਪੈਣਗੇ। ਜੇ ਇੱਕ ਫੈਮਿਲੀ ਆ, ਹਸਬੈਂਡ ਵਾਈਫ ਬੱਚੇ ਹੈਗੇ, ਜੇ ਉਹਨਾਂ ਦਾ 1.5-2 ਸਾਲ ਵੀ ਲੱਗ ਰਿਹਾ ਤਾਂ ਕੋਈ ਗੱਲ ਨਹੀਂ, ਇਕੱਠੇ ਆ ਜਾਣਗੇ। ਪਰ ਜਿਹੜਾ ਸਿੰਗਲ ਹੈ, ਜਿਹੜੇ ਸਪਾਊਸ ਦੀ ਤੁਸੀਂ ਗੱਲ ਕਰਦੇ ਹੋ ਕਿ ਵੀ ਜਿਵੇਂ ਸਪਾਊਸ ਨਾਲ ਕੋਈ ਆ ਰਿਹਾ ਵਾ, ਕਿਸੇ ਦੇ ਨਾਲ ਫੈਮਿਲੀ ਆ ਜਾਂ ਬੱਚੇ ਹੈਗੇ ਆ, ਫਿਰ ਸਪਾਊਸ ਕੀ ਉਹਨੂੰ ਵਰਕ ਪਰਮਿਟ ਮਿਲਦਾ ਜਾਂ ਨਾਲ ਵਿਜ਼ਟਰ ਵੀਜ਼ਾ ਤੇ ਆਉਂਦਾ? ਜੇ ਵਰਕ ਪਰਮਿਟ ਹੁੰਦਾ ਬੌਂਡਡ ਹੁੰਦਾ ਜਾਂ ਓਪਨ ਵਰਕ ਪਰਮਿਟ ਹੁੰਦਾ? ਜਿਹੜਾ ਤਾਂ ਪ੍ਰਿੰਸੀਪਲ ਐਪਲੀਕੈਂਟ ਹੈ ਉਹਨੂੰ ਰਿਸਟ੍ਰਿਕਟਡ ਓਪਨ ਵਰਕ ਪਰਮਿਟ ਮਿਲਦਾ, ਠੀਕ ਹੈ, ਆਕੂਪੇਸ਼ਨਲ ਬੇਸਡ ਰਿਸਟ੍ਰਿਕਟਡ ਓਪਨ ਵਰਕ ਪਰਮਿਟ। ਉਹਦਾ ਇਹ ਮਤਲਬ ਹੈ ਜੋ ਇੱਥੇ ਬੱਚੇ ਸਾਹਮਣੇ ਆਇਆ, ਉਹ ਆਈ ਜਾਂ ਆਇਆ ਤਾਂ ਉਹਨੇ ਬੱਚੇ ਇਹ ਸਾਹਮਣੇ ਤੇ ਜੇ ਉਹਨੂੰ ਡਾਊਨ ਦੀ ਰੋਡ ਕੋਈ ਐਸੀ ਗੱਲ ਹੋ ਜਾਂਦੀ ਕਿ ਉਹਨੂੰ EMPLOYER ਬਦਲਣਾ ਪੈ ਰਿਹਾ, ਉਸ ਕੇਸ ਦੇ ਵਿੱਚ ਉਹ EMPLOYER ਬਦਲ ਸਕਦਾ ਕਿਉਂਕਿ ਰਿਸਟ੍ਰਿਕਟਡ ਹੈ। ਮਤਲਬ ਕਿ ਜੇ ਤੁਸੀਂ ਬੱਚਿਆਂ ਨੂੰ ਸਾਂਭਣਾ ਹੈ ਤਾਂ ਬੱਚਿਆਂ ਨੂੰ ਹੀ ਅੱਗੇ ਸਾਂਭੋਗੇ, ਇਹ ਨਹੀਂ ਕਿ ਬਜ਼ੁਰਗਾਂ ਨੂੰ ਸਾਂਭ ਲਾਂਗੇ, ਕਿਉਂਕਿ ਫਿਰ ਜਦੋਂ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਬਣੇਗਾ, ਜਦੋਂ ਵੀ ਬਣੇਗਾ, ਜੇ ਤੁਸੀਂ 4 ਮਹੀਨੇ ਬੱਚਿਆਂ ਨੂੰ ਸਾਂਭਣ ਵਾਸਤੇ ਲਾ ਲਏ, ਹੁਣ ਤੁਹਾਨੂੰ ਬਜ਼ੁਰਗ ਮਿਲ ਗਿਆ ਤੇ ਤੁਸੀਂ ਬਜ਼ੁਰਗ ਤੋਂ ਫਿਰ ਤੁਹਾਨੂੰ ਨਵੇਂ ਸਿਰੇ ਤੋਂ 1 ਸਾਲ ਪੂਰਾ ਕਰਨਾ ਪਏਗਾ। ਵੈਸੇ ਤਾਂ ਉਹ ਕੋਈ ਹੋਏਗਾ ਕਿਉਂਕਿ ਤੁਸੀਂ ਸਾਰਾ ਤੁਹਾਡਾ ਐਕਸਪੀਰੀਅੰਸ ਬੱਚਿਆਂ ਨੂੰ ਸਾਂਭਣ ਵਾਲੇ, ਰਾਤੋਂ ਰਾਤ ਤੁਸੀਂ ਬਜ਼ੁਰਗਾਂ ਨੂੰ ਕਿੱਥੋਂ ਸਾਂਭਣ ਲੱਗੇ। ਸੋ ਜਿਹੜਾ ਤਾਂ ਪ੍ਰਿੰਸੀਪਲ ਐਪਲੀਕੈਂਟ ਆ ਉਹ ਤਾਂ ਆਕੂਪੇਸ਼ਨਲ ਬੇਸਡ ਰਿਸਟ੍ਰਿਕਟਡ ਓਪਨ ਵਰਕ ਪਰਮਿਟ ਹੈ, ਤੇ ਜਿਹੜਾ ਉਹਦਾ ਸਪਾਊਸ ਹੈ ਉਹਨੂੰ ਓਪਨ ਵਰਕ ਪਰਮਿਟ ਮਿਲਦਾ, ਉਹ ਜਿੱਥੇ ਮਰਜ਼ੀ ਕੰਮ ਕਰੇ। ਜਿਹੜੇ ਉਹਦੇ ਬੱਚੇ ਹੈਗੇ, ਜੇ ਤਾਂ ਉਹ 18 ਸਾਲ ਤੋਂ ਵੱਧ ਉਮਰ ਦੇ ਹੈਗੇ ਤਾਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ, ਜਿਵੇਂ ਕਿ ਉਹਦੇ ਫਾਦਰ ਨੂੰ ਮਿਲਿਆ। ਜਾਂ ਤੇ ਜਿਹੜੇ ਬੱਚੇ 18 ਸਾਲ ਤੋਂ ਲੈ ਕੇ 5 ਸਾਲ ਤੱਕ ਦੇ ਹੈਗੇ ਉਹਨਾਂ ਨੂੰ ਸਟੱਡੀ ਪਰਮਿਟ ਮਿਲਦਾ, ਮਤਲਬ ਉਹ ਸਕੂਲਾਂ 'ਚ 12 ਜਮਾਤਾਂ ਤੱਕ ਸਕੂਲਾਂ 'ਚੋਂ ਫ੍ਰੀ ਆਫ ਕਾਸਟ ਪੜ੍ਹ ਸਕਦੇ ਹਨ। ਜਿਹੜੇ 5 ਸਾਲ ਤੋਂ ਥੱਲੇ ਵਾਲੇ ਬੱਚੇ ਹਨ ਉਹਨਾਂ ਨੂੰ ਵਿਜ਼ਟਰ ਵੀਜ਼ਾ ਤੇ ਉਹ ਲੋਕ ਕੈਨੇਡਾ ਪਹੁੰਚਦੇ। ਜਿਵੇਂ ਤੁਸੀਂ ਇਸ ਦੇ ਬਾਰੇ ਵਿੱਚ ਇੱਕ ਜਾਣਕਾਰੀ ਦਿੱਤੀ, ਅੱਗੇ ਇਹ ਵੀ ਸੁਣਿਆ ਜਾਂਦਾ ਸੀ ਕਹਿੰਦੇ ਕਿ ਵੀ ਹੁਣ ਅਸੈਸਮੈਂਟ ਵੀ ਨਾਲ ਹੀ ਹੋਏਗੀ PR ਦੀ, ਤਾਂ ਕਿ ਇੱਥੇ ਜਦੋਂ ਤੁਸੀਂ ਇੱਕ ਵਾਰੀ ਨਹੀਂ ਅਸੈਸਮੈਂਟ ਤਾਂ ਹੁੰਦੀ ਹੈ। ਦੇਖੋ ਜਿਹੜੇ ਬੱਚੇ 12 ਪਾਸ ਹੈ ਔਰ ਜਿਨ੍ਹਾਂ ਨੇ ਐਜੂਕੇਸ਼ਨ ਕੈਨੇਡਾ ਤੋਂ ਲੈ ਲਈ, ਜਿਵੇਂ ਸਪੋਜ਼ ਕਰੋ ਮੇਰੇ ਕੋਲ ਕੁਝ ਕਾਲਜਸ ਹੈਗੇ ਲੋਕਲ, ਰਹਿਣਾ ਇੰਡੀਆ 'ਚ ਹੀ ਹੈ, 10 ਮਹੀਨੇ ਦੀ ਪੜ੍ਹਾਈ ਮੈਂ ਕੈਨੇਡਾ ਤੋਂ ਕਰਾ ਦਿੰਦਾ। ਓਕੇ, ਕੈਨੇਡੀਅਨ ਕਾਲਜ ਤੋਂ ਮੈਂ ਕਰਵਾ ਦਿੰਦਾ, ਆਨਲਾਈਨ ਹੀ ਪੜ੍ਹਾਈ ਹੁੰਦੀ ਉਹਦੀ। 10 ਮਹੀਨੇ ਬਾਅਦ ਜਿਹੜਾ ਸਰਟੀਫਿਕੇਟ ਮਿਲ ਗਿਆ ਉਹਦੀ ਇਵੈਲੂਏਸ਼ਨ ਨਹੀਂ ਕਰਾਉਣ ਦੀ ਲੋੜ, ਪਰ ਜਿਹੜੇ ਆਲਰੇਡੀ ਲੋਕ ਇੰਡੀਆ ਵਿੱਚ ਹੈਗੇ ਉਹਨਾਂ ਨੂੰ ਡਾਕੂਮੈਂਟਸ ਦੀ ਇਵੈਲੂਏਸ਼ਨ ਕਰਾਉਣੀ ਜ਼ਰੂਰੀ ਹੈ ਇਸ ਪ੍ਰੋਗਰਾਮ ਦੇ ਥੱਲੇ। ਜਿਹੜਾ ਇਹ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਾਂ ਹੋਮ ਸਪੋਰਟ ਵਰਕਰ ਦੇ ਥੱਲੇ ਇਵੈਲੂਏਸ਼ਨ ਡਾਕੂਮੈਂਟਸ ਦੀ ਕਰਾਉਣੀ ਜ਼ਰੂਰੀ ਹੈ। ਜੇ ਉਹ ਬੈਚਲਰਸ ਹੈਗੇ ਤਾਂ ਉਹ ਬੈਚਲਰ ਦੀ ਉਹਦੀ ਇਵੈਲੂਏਸ਼ਨ ਹੋ ਜਾਂਦੀ ਹੈ। ਨਹੀਂ, ਮੈਂ PR ਪ੍ਰੋਸੈਸ ਦੀ ਗੱਲ ਕਰਦੀ ਪਈ ਸੀ, ਕੱਲ ਨੂੰ ਇੱਥੇ ਆ ਕੇ PR ਲਈ ਅਪਲਾਈ ਕਿੱਦਾਂ ਕਰ ਸਕਦਾ ਹੈ? ਕਿ ਆਲਰੇਡੀ ਪਹਿਲਾਂ ਹੀ ਜਦੋਂ ਐਪਲੀਕੇਸ਼ਨ ਲੱਗੇਗੀ ਉਹਨਾਂ ਦੀ ਅਸੈਸਮੈਂਟ ਹੋਏਗੀ ਜਾਂ ਇੱਥੇ ਆ ਕੇ ਉਹਨਾਂ ਨੂੰ ਦੁਬਾਰਾ ਸਿਰੇ ਤੋਂ ਸਾਰੀ ਫਾਈਲ ਲਗਾਉਣੀ ਪਏਗੀ? ਨਹੀਂ, ਜਦੋਂ ਆਪਾਂ ਇਹ ਫਾਈਲ ਲਗਾਉਂਦੇ ਆ ਇੰਡੀਆ ਤੋਂ ਜਾਂ ਬਾਹਰਲੇ ਦੇਸ਼ਾਂ ਤੋਂ, ਇਹ ਵਰਕ ਪਰਮਿਟ ਤੇ ਪਰਮਨੈਂਟ ਰੈਜ਼ੀਡੈਂਸੀ ਦੀ ਫਾਈਲ ਇਕੱਠੀ ਲੱਗਦੀ ਹੈ। ਜੇ ਉਹ ਜਿਹੜੀ ਫਾਈਲ ਲੱਗਦੀ ਹੈ, ਜੇ ਉਹਦੇ ਉੱਤੇ ਉਹਨਾਂ ਨੇ PR ਦੇਣੀ, PR ਦੇਣ ਦਾ ਕੀ ਕ੍ਰਾਈਟੇਰੀਆ ਕਿ ਕੀ ਉਹਨਾਂ ਕੋਲ ਆਇਲਟਸ ਦੇ ਵਿੱਚ 5 ਬੈਂਡ ਹੈਗੇ, CLB 5 ਹੈ, ਹਾਂਜੀ ਹੈ, ਤੇ ਉਹ ਹੋਰ ਵੀ ਉਹਨਾਂ ਨੇ ਡਾਕੂਮੈਂਟੇਸ਼ਨ ਦੇਖਣੀ ਹੈ ਕਿ ਸਾਰੀ ਡਾਕੂਮੈਂਟੇਸ਼ਨ ਪੂਰੀ ਹੈ, ਸਿਗਨੇਚਰ ਐਪਲੀਕੇਸ਼ਨ 'ਚ ਹੋਏ ਹਨ, ਤੇ ਉਹ ਜਦ ਸਾਰਾ ਕੁਝ ਠੀਕ ਠਾਕ ਹੁੰਦਾ, ਜੇ ਉਹਨੂੰ ਉਹ ਫਾਈਲ ਨੰਬਰ, ਐਪਲੀਕੇਸ਼ਨ ਨੰਬਰ ਤੇ UCI ਨੰਬਰ ਦੇ ਦੇਣ ਤਾਂ ਇਹਦਾ ਮਤਲਬ ਕਿ ਉਹ ਇਸ ਫਾਈਲ ਨੂੰ ਕੰਸੀਡਰ ਕਰ ਰਹੇ ਹਨ ਇਮੀਗ੍ਰੇਸ਼ਨ ਵਾਸਤੇ, ਤੇ ਦੁਬਾਰਾ ਤੋਂ ਆਇਲਟਸ ਵੀ ਕਰਨ ਦੀ ਲੋੜ ਨਹੀਂ। ਹੁਣ ਜਦੋਂ ਇਵੈਲੂਏਸ਼ਨ ਜਦੋਂ ਜਾਂਦੀ ਹੈ ਐਪਲੀਕੇਸ਼ਨ ਪੂਰੀ ਬਣ ਕੇ, ਉਹਦੇ ਵਿੱਚ ਜਿਹੜੀ ਇਵੈਲੂਏਸ਼ਨ ਡਾਕੂਮੈਂਟ ਹੈਗਾ ਤੁਹਾਡੀ ਐਜੂਕੇਸ਼ਨ ਦਾ, ਉਹ ਨਾਲ ਲੱਗਿਆ ਹੋਣਾ ਜ਼ਰੂਰੀ ਹੈ। ਇੱਕ ਹੋ ਗਈ ਐਜੂਕੇਸ਼ਨ,
ਇਵੈਲੂਏਸ਼ਨ ਵਿੱਚ ਇਹ ਹੋਈ ਉਹਦੇ। ਦੂਜਾ ਹੋ ਗਿਆ ਆਇਲਟਸ ਦੇ ਵਿੱਚ ਸਕੋਰ ਤੁਹਾਡਾ ਆ ਗਿਆ, ਤੇ ਤੀਜਾ ਤੁਹਾਡੇ ਕੋਲ ਤੁਸੀਂ ਪੜ੍ਹਾਈ ਕੀਤੀ ਹੈ ਨੈਨੀ ਜਾਂ ਤੁਹਾਡੇ ਕੋਲ ਐਕਸਪੀਰੀਅੰਸ ਹੈ। ਜਿਵੇਂ ਤੁਸੀਂ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਆ, ਹੁਣ ਇਹ ਵੀ ਬੜਾ ਹੁੰਦਾ ਹੈ ਕਿ ਆਪਣੇ ਤਾਂ ਪਿੱਛੇ ਹੋਮ ਕੰਟਰੀ ਦੇ ਵਿੱਚ ਇਹ ਕਿਹਾ ਜਾਂਦਾ ਕਿ ਨੈਨੀ ਦੇ ਲਈ ਜਾਂ ਤਾਂ ਲੜਕੀਆਂ ਹੀ ਜ਼ਿਆਦਾ ਇਹਦੇ ਲਈ ਪ੍ਰੈਫਰ ਹੋ ਸਕਦੀਆਂ ਨੇ, ਕੀ ਮੇਲ ਜਾਂ ਫੀਮੇਲ ਕੋਈ ਵੀ ਇਹਦੇ ਲਈ ਅਪਲਾਈ ਕਰ ਸਕਦਾ, ਤੇ ਰਿਲੇਟਿਵਸ ਨੂੰ ਬੁਲਾਇਆ ਜਾ ਸਕਦਾ ਜਾਂ ਕਿਸੇ ਫੈਮਿਲੀ ਮੈਂਬਰ ਨੂੰ ਇਸ ਦੇ ਅੰਡਰ? ਬਿਲਕੁਲ, ਜੇ ਆਪਾਂ ਹਸਪੀਟਲ ਜਾਈਏ ਉੱਥੇ ਸਾਨੂੰ ਮੇਲ ਨਰਸਿਸ ਵੀ ਮਿਲਦੇ। ਸੋ ਜਿਸ ਤਰ੍ਹਾਂ ਉੱਥੇ ਮੇਲ ਨਰਸਿਸ ਤਾਦਾਦ ਉਹਨਾਂ ਦੀ ਹੈ ਕਿ ਵੀ 20% ਮੇਲ ਹੋਣਗੇ ਤੇ ਬਾਕੀ 80% ਫੀਮੇਲਸ ਹੋਣਗੀਆਂ, ਉਸੇ ਤਰ੍ਹਾਂ ਜਿੰਨੇ ਲੋਕ ਅਪਲਾਈ ਕਰਦੇ ਜਿਹਨੂੰ ਚਾਹ ਹੈਗਾ ਇਹ ਪ੍ਰੋਗਰਾਮ ਦੇ ਥੱਲੇ ਲੋਕਾਂ ਨੂੰ ਸੇਵਾ ਕਰਨ ਦਾ, ਤੇ ਇਹਦੇ 'ਚ ਲੜਕੇ ਵੀ ਆਉਂਦੇ ਆ ਤੇ ਲੜਕੀਆਂ ਵੀ ਆਉਂਦੀਆਂ। ਅੱਜ ਮੇਰਾ ਜਿਹਦਾ ਪਾਸਪੋਰਟ ਰਿਕੁਐਸਟ ਹੈ ਉਹ ਲੜਕਾ ਹੈਗਾ, 22 ਸਾਲ ਦਾ ਲੜਕਾ ਹੈ, ਜਿਹਦਾ ਅੱਜ ਸੁਪਨਾ ਸਾਕਾਰ ਹੋ ਗਿਆ ਇੱਥੇ ਪਹੁੰਚਣ ਦਾ। ਤੇ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਅਸੀਂ ਬ੍ਰੈਂਪਟਨ ਤੋਂ ਬੋਲਦੇ ਆ। ਅਸੀਂ ਪੁੱਛਣਾ ਹੈ ਕਿ ਵਿਆਹ ਦੀ ਫਾਈਲ ਆਈ ਸੀਗੀ ਜੀ, ਪਿਛਲੀ 3 ਤਰੀਕ ਨੂੰ, ਮਹੀਨਾ ਹੋ ਗਿਆ ਫਿੰਗਰ ਹੋਇਆ ਨੂੰ, ਕੋਈ ਉੱਤਰ ਪਤਾ ਨਹੀਂ ਆਇਆ ਹੈਗਾ। ਵਿਜ਼ਟਰ ਵੀਜ਼ਾ ਦੀ ਵਿਜ਼ਟਰ ਵੀਜ਼ਾ ਲਈ ਲਾਈ ਸੀ ਜੀ? ਇਹ ਵਿਆਹ ਵਾਸਤੇ ਲਵਾਈ ਸੀ। ਵਿਆਹ ਇੱਥੇ ਹੈ ਜੀ, ਕੈਨੇਡਾ 'ਚ ਵਿਆਹ? ਮਤਲਬ ਮੈਂ ਸਮਝੀ ਨਹੀਂ, ਤੁਸੀਂ ਕੈਨੇਡਾ ਦੀ ਫਿਰ 6 ਤਰੀਕ ਨੂੰ ਵਿਆਹ ਤਾਂ 7 ਦੀ ਪਾਰਟੀ ਦੀ। ਅੱਛਾ, ਵਿਜ਼ਟਰ ਵੀਜ਼ਾ। ਅੱਛਾ, ਤੁਸੀਂ ਕਹਿ ਰਹੇ ਹੋ ਵਿਜ਼ਟਰ ਵੀਜ਼ਾ ਲਈ ਕਿਸੇ ਦਾ ਅਪਲਾਈ ਕੀਤਾ ਸੀ ਵਿਆਹ ਤੇ ਆਉਣ ਲਈ? ਹਾਂਜੀ ਹਾਂਜੀ। ਤੇ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਅਜੇ ਤੱਕ? ਉਹਦਾ ਕੋਈ ਰਿਪਲਾਈ ਨਹੀਂ ਆਇਆ ਹੈਗਾ। ਪਿਛਲੀ 3 ਤਰੀਕ ਨੂੰ ਮਹੀਨਾ ਹੋ ਗਿਆ ਫਿੰਗਰ ਹੋਇਆ ਨੂੰ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜਦੋਂ ਪਲੀਜ਼ ਤੁਸੀਂ ਕਾਲ ਕਰ ਰਹੇ ਹੁੰਦੇ ਹੋ ਉਸ ਟਾਈਮ ਟੀਵੀ ਦੀ ਆਵਾਜ਼ ਨੂੰ ਜ਼ਰੂਰ ਘੱਟ ਕਰ ਦਿਆ ਕਰੋ, ਕਿਉਂਕਿ ਕਈ ਵਾਰੀ ਤੁਹਾਡੀ ਗੱਲ ਸਾਨੂੰ ਸਮਝ ਨਹੀਂ ਆਉਂਦੀ ਜਾਂ ਸਾਡੀ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ। ਸੋ ਸਰ, ਵਿਜ਼ਟਰ ਵੀਜ਼ਾ ਦੀ ਗੱਲ ਕਰ ਰਹੇ ਨੇ, ਪਿਛਲੇ ਮਹੀਨੇ ਅਪਲਾਈ ਕੀਤਾ ਸੀ, ਫਿੰਗਰਪ੍ਰਿੰਟਸ ਹੋ ਚੁੱਕੇ ਨੇ ਪਰ ਕੋਈ ਰਿਜ਼ਲਟ ਨਹੀਂ ਆਇਆ। ਵਿਆਹ ਲਈ ਇੱਥੇ ਪਾਰਟੀ ਲਈ ਇਨਵਾਈਟ ਕੀਤਾ ਗਿਆ ਸੀ ਪਰ ਵਿਆਹ ਹੋ ਚੁੱਕਿਆ ਵਾ। ਨਹੀਂ ਹੋਣਾ ਹੈ ਸ਼ਾਇਦ ਕਿ ਉਹ ਕਹਿ ਰਹੇ ਨੇ ਸ਼ਾਇਦ ਕਿ ਪਾਰਟੀ ਵੀ ਲੰਘ ਗਈ ਹੈ। ਹਾਂ, ਉਹ ਕੋਈ ਗੱਲ ਨਹੀਂ। ਜਦੋਂ ਆਪਾਂ ਐਪਲੀਕੇਸ਼ਨ ਲਗਾਉਂਦੇ ਜੇ ਕਦੀ ਅੱਜ ਤੋਂ ਪਹਿਲਾਂ ਕਦੀ ਅਪਲਾਈ ਨਾ ਕੀਤਾ ਹੋਏ ਕੈਨੇਡਾ ਵਾਸਤੇ, ਤੇ ਸਾਡਾ ਜਿਹੜਾ ਬਾਇਓਮੈਟ੍ਰਿਕ ਜਿਸ ਦਿਨ ਅਸੀਂ ਐਪਲੀਕੇਸ਼ਨ ਲਗਾਉਂਦੇ ਹਾਂ ਉਸੇ ਦਿਨ ਹੀ ਬਾਇਓਮੈਟ੍ਰਿਕ ਦੀ ਚਿੱਠੀ ਨਿਕਲ ਪੈਂਦੀ ਹੈ। ਤੇ ਇਹ ਕੋਈ ਜ਼ਰੂਰੀ ਨਹੀਂ ਕਿ ਜਦ ਵਿਆਹ ਤੁਹਾਡਾ ਮਹੀਨੇ ਬਾਅਦ ਹੈ ਤਾਂ ਉਹਨਾਂ ਨੇ ਤੁਹਾਨੂੰ ਦੇਣਾ ਹੈ। ਕੋਈ ਐਮਰਜੈਂਸੀ ਨਹੀਂ ਹੈ ਕਿ ਵੀ ਵਿਆਹ ਹੋ ਰਿਹਾ ਤੇ ਉਹਦੇ ਵਾਸਤੇ ਉਹ ਤੁਹਾਨੂੰ ਦੇ ਦੇਣਗੇ। ਮੇਰੇ ਕਈ ਕੇਸਿਸ ਇਸ ਤਰ੍ਹਾਂ ਹੋਇਆ ਕਿ ਵੀ ਵਿਆਹ ਹੋ ਗਿਆ, ਮਦਰ ਨੇ ਆਉਣਾ ਸੀ, ਬੱਚੇ ਦੀ ਮਦਰ ਨੇ ਆਉਣਾ ਸੀ, ਵਿਆਹ ਹੋ ਗਿਆ ਤੇ 1.5 ਮਹੀਨੇ ਬਾਅਦ ਉਹਨੂੰ ਵੀਜ਼ਾ ਦਿੱਤਾ। ਜੇ ਸਭ ਕੁਝ ਠੀਕ ਠਾਕ ਹੈ ਤੇ ਸ਼ਾਇਦ ਵੀਜ਼ਾ ਮਿਲ ਵੀ ਸਕਦਾ। ਜੀ ਬਿਲਕੁਲ। ਤੇ ਵਾਪਸ ਆਪਾਂ ਟੌਪਿਕ ਦੇ ਉੱਤੇ ਆਈਏ। ਮੈਂ ਕਹਿ ਰਹੀ ਸੀਗੀ ਕਿ ਜਿਹੜੇ ਮੇਲਸ ਨੇ, ਤੁਸੀਂ ਕਿਹਾ ਇਹ ਤਾਂ ਗੱਲ ਕਲੀਅਰ ਕੀਤੀ ਹੈ ਕਿ ਵੀ ਉਹ ਵੀ ਕਰ ਸਕਦੇ, ਅਪਲਾਈ ਕਰ ਸਕਦੇ ਆ। ਰਿਸ਼ਤੇਦਾਰ ਜਾਂ ਫੈਮਿਲੀ ਮੈਂਬਰ, ਫਸਟ ਫੈਮਿਲੀ ਮੈਂਬਰ ਨੂੰ ਕੀ ਬੁਲਾਇਆ ਜਾ ਸਕਦਾ? ਡੈਫੀਨਿਟਲੀ ਮੇਰੇ ਕੁਝ ਕੇਸ ਦੇ ਇਸ ਤਰ੍ਹਾਂ ਹੋਇਆ, ਕਈ ਕੇਸ ਵਿੱਚ ਆ ਕਿ ਜਿਵੇਂ ਰੀਅਲ ਸਿਸਟਰ ਨੂੰ ਇੰਡੀਆ ਤੋਂ ਆਪਣੇ ਬੱਚੇ ਸਾਂਭਣ ਵਾਸਤੇ ਇਸ ਪ੍ਰੋਗਰਾਮ ਦੇ ਥੱਲੇ ਅਪਲਾਈ ਕੀਤਾ ਸੀ ਤੇ ਉਹ ਕੈਨੇਡਾ ਪਹੁੰਚ ਚੁੱਕੇ ਹੈ। ਇੱਕ ਹੁਣੇ ਰੀਸੈਂਟਲੀ 2-3 ਮਹੀਨੇ ਪਹਿਲਾਂ ਇਸ ਤਰ੍ਹਾਂ ਹੋਇਆ ਕਿ ਸਿਸਟਰ ਲੋ ਨੂੰ ਕਿਸ ਨੇ ਬੁਲਾਇਆ ਆਪਣੇ ਤੇ ਉਹਦੇ ਹੀ ਸਹੁਰਾ ਸਾਹਿਬ ਨੂੰ ਸਾਂਭਣ ਵਾਸਤੇ, ਉਹਦਾ ਵੀ ਵੀਜ਼ਾ ਥਰੂ ਹੋ ਗਿਆ। ਸਰ, ਜਿਵੇਂ ਤੁਸੀਂ ਗੱਲ ਕੀਤੀ ਸੀ ਹੁਣੇ ਕਿ ਵੀ ਜਿਨ੍ਹਾਂ ਨੇ +2 ਕੀਤੀ ਹੋਈ ਉਹਨਾਂ ਲਈ ਘੱਟੋ ਘੱਟ 8 ਮਹੀਨੇ ਦਾ ਕੋਰਸ ਦੇ ਨਾਲ ਥੋੜਾ ਜਿਹਾ ਤਜਰਬਾ ਹੋਣਾ ਜ਼ਰੂਰੀ ਹੈ। ਤੇ ਜੇਕਰ ਆਲਰੇਡੀ ਕੋਈ ਹਾਈਲੀ ਕੁਆਲੀਫਾਈਡ ਹੈ, ਕਿਸੇ ਨੇ MA MEd ਕੀਤੀ ਹੋਈ ਆ ਜਾਂ ਕੋਈ GNM ਕੀਤੀ ਹੈ, ਕੋਈ BSc ਕੀਤੀ ਹੋਈ ਆ, ਜਾਂ ਕੋਈ ਆਲਰੇਡੀ ਛੋਟੇ ਬੱਚਿਆਂ ਨੂੰ ਪੜ੍ਹਾ ਰਹੇ ਆ, ਕੀ ਉਹਨਾਂ ਦੇ ਲਈ ਵੀ ਜ਼ਰੂਰੀ ਹੋਏਗਾ ਇਸ ਕੋਰਸ ਨੂੰ ਕਰਨਾ? ਦੇਖੋ, ਮੈਂ ਇਹ ਕਹਿ ਰਿਹਾ ਜਿਵੇਂ ਸਪੋਜ਼ ਕੋਈ GNM ਕੀਤੀ ਆ, ਉਹ ਨਰਸ ਹੈ, ਉਹ ਆਪਣਾ ਹਸਪੀਟਲ 'ਚ ਬਜ਼ੁਰਗਾਂ ਨੂੰ ਸਾਂਭਦੇ ਆ। ਜੋ ਬਜ਼ੁਰਗਾਂ ਨੂੰ ਸਾਂਭ ਰਹੇ ਆ ਤੇ ਇੱਥੇ ਬਜ਼ੁਰਗਾਂ ਵਾਸਤੇ ਆ ਰਹੇ ਆ ਤਾਂ ਉਹਨਾਂ ਨੂੰ ਪੜ੍ਹਾਈ ਕਰਨ ਦੀ ਕੋਈ ਲੋੜ ਨਹੀਂ, ਉਹਨਾਂ ਕੋਲ ਆਲਰੇਡੀ ਐਕਸਪੀਰੀਅੰਸ ਹੈ। ਪਰ ਜੇ ਉੱਥੇ ਬਜ਼ੁਰਗਾਂ ਨੂੰ ਸਾਂਭ ਰਹੇ ਤੇ ਇੱਥੇ ਉਹ ਬੱਚਿਆਂ ਨੂੰ ਸਾਂਭਣਾ ਅੱਗੇ ਤੇ ਉਹ ਕੋਰਸ ਤਾਂ ਕਰਨਾ ਹੀ ਪਏਗਾ। ਠੀਕ ਹੈ। ਤੇ ਉਸੇ ਤਰ੍ਹਾਂ ਜੇ ਕਿਸੇ ਨੇ MA BEd ਕੀਤੀ ਹੈ ਤੇ ਇਹ ਦੇਖਣਾ ਕਿ ਵੀ ਕੀ ਉਹ ਵੱਡੇ ਬੱਚਿਆਂ ਨੂੰ ਪੜ੍ਹਾ ਰਿਹਾ ਕਿ ਉਹ ਛੋਟੇ ਬੱਚਿਆਂ ਨੂੰ ਪੜ੍ਹਾ ਰਿਹਾ। ਤੇ ਉਹ ਵੱਡੇ ਬੱਚਿਆਂ ਨੂੰ ਪੜ੍ਹਾ ਰਿਹਾ ਫਿਰ ਉਹਨੂੰ ਨੌਲੇਜ ਤਾਂ ਲੈਣੀ ਚਾਹੀਏ, ਉਹਨੂੰ ਸੌਖਾ ਹੀ ਲੱਗਦਾ ਪ੍ਰੋਗਰਾਮ, ਪਰ ਉਹ ਇੱਕ ਸਰਟੀਫਿਕੇਸ਼ਨ ਤਾਂ ਹੋਣੀ ਜ਼ਰੂਰੀ ਹੈ। ਜੀ ਬਿਲਕੁਲ। ਤੇ ਸਮਾਂ ਵੀ ਅੱਗੇ ਲਗਭਗ ਇਜਾਜ਼ਤ ਲੈਣ ਵੱਲ ਨੂੰ ਵੱਧ ਰਿਹਾ, ਪਰ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਕਿੰਨਾ ਸਮਾਂ ਹੁਣ ਇਹਨਾਂ ਫਾਈਲਸ ਨੂੰ ਲੱਗ ਰਿਹਾ? ਆਮ ਤੌਰ ਤੇ ਕਿਹਾ ਜਾ ਰਿਹਾ ਸੀ ਪੈਂਡੈਮਿਕ ਵੇਲੇ ਵੀ ਕਾਫੀ ਜ਼ਿਆਦਾ ਵੀ ਫਾਈਲਸ 'ਚ ਡਿਲੇ ਹੋ ਰਿਹਾ ਸੀਗਾ। ਸੋ ਇਸ ਵਕਤ ਕਿਹੜੇ ਪ੍ਰੋਸੈਸ ਚੱਲਦੇ ਪਏ ਨੇ? 2022 ਦੀ ਤਾਂ ਤੁਸੀਂ ਆਪਣੀ ਐਪਲੀਕੇਸ਼ਨਸ ਦੀ ਗੱਲ ਕੀਤੀ ਹੈ, ਤੇ ਹੁਣ ਕਿੰਨਾ ਸਮਾਂ ਲੱਗ ਰਿਹਾ ਵਾ ਇਹਨਾਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਹੋਣ ਦੇ ਵਿੱਚ? 1.5 ਤੋਂ ਪੌਣੇ 2 ਸਾਲ। ਮੇਰੇ 1 ਸਾਲ 3 ਮਹੀਨੇ 'ਚ ਵੀ ਵੀਜ਼ਾ ਆ ਗਿਆ। ਐਸੀ ਗੱਲ ਨਹੀਂ ਸਾਰਿਆਂ ਦੇ ਨਹੀਂ ਆਏ, ਮੈਂ ਨਹੀਂ ਕਹਿੰਦਾ ਤੁਹਾਨੂੰ ਇਸ ਤਰ੍ਹਾਂ ਕਹਿਣਾ ਕਿ ਵੀ ਸਿਰਫ 22 ਦੇ ਹੀ ਆ ਗਏ। ਮੇਰੀ ਕੁਝ ਫਾਈਲਾਂ 21 ਦੀ ਵੀ ਪਈਆਂ ਤੇ ਕੁਝ ਇੱਕ ਅੱਧੀ ਮੇਰੀ 20 ਦੀ ਵੀ ਫਾਈਲ ਪਈ ਹੈ, ਉਹ ਪ੍ਰੋਸੈਸਿੰਗ ਦੇ ਵਿੱਚ ਹੈ। ਅਸੀਂ ਉਹਨਾਂ ਨਾਲ ਇਨ ਟੱਚ ਆ, ਇਮੀਗ੍ਰੇਸ਼ਨ ਦੇ ਨਾਲ ਟਾਈਮ ਟੂ ਟਾਈਮ ਉਹਨਾਂ ਨਾਲ ਕਮਿਊਨੀਕੇਸ਼ਨ ਕਰਦੇ ਰਹਿੰਦੇ ਆ, ਇਹ ਜਾਣਨ ਵਾਸਤੇ ਕਿ ਕੋਈ ਚੀਜ਼ ਰਹਿ ਤਾਂ ਨਹੀਂ ਗਈ। ਬਿਕੋਜ਼ ਜਦੋਂ ਦਿਨ ਰਾਤ ਕਰਨਾ ਹੀ ਇੱਕੋ ਪ੍ਰੋਗਰਾਮ ਹੈ ਤੇ ਮਤਲਬ ਕਿ ਕਈ ਵਾਰ ਤਾਂ ਸਾਡੇ ਕਲਾਇੰਟ ਨੂੰ ਪਤਾ ਵੀ ਨਹੀਂ ਹੁੰਦਾ, ਅਸੀਂ ਇੰਟਰਨਲੀ ਲੱਗੇ ਹੁੰਦੇ ਆ ਕਿ ਵੀ ਵੀ ਹੈਵ ਟੂ ਕੀਪ ਅ ਚੈੱਕ ਔਨ ਈਚ ਐਂਡ ਐਵਰੀ ਫਾਈਲ।
ਮੇਰੇ ਕੋਲ ਇਸ ਤਰ੍ਹਾਂ ਦੇ ਵੀ ਬਹੁਤ ਕੇਸਿਸ ਹਨ ਜਿਹੜੇ ਬਾਕੀ ਦੇ ਕੰਸਲਟੈਂਟ ਤੋਂ ਰਿਫਿਊਜ਼ਲ ਦੇ ਬਾਅਦ ਮੈਨੂੰ ਆ ਕੇ ਮਿਲੇ ਹਨ। ਘੱਟੋ ਘੱਟ 8 ਕੇਸਿਸ ਮੇਰੇ ਕੋਲ ਇਸ ਤਰ੍ਹਾਂ ਦੇ ਹਨ ਕਿ ਜਿਹੜੇ ਦੂਜੇ ਪਾਸੇ ਲੋਕਾਂ ਨੇ ਫਾਈਲਾਂ ਲਾਈਆਂ ਸੀ। ਹੁਣ ਜਿਵੇਂ ਪ੍ਰੋਸੀਜਰ ਫੇਅਰਨੈਸ ਲੈਟਰ ਆ ਜਾਂਦੀ ਹੈ, ਉਹਦਾ ਜਵਾਬ ਦੇਣਾ ਵੀ ਕਈ ਵਾਰੀ ਬੜਾ ਟ੍ਰਿਕੀ ਹੋ ਜਾਂਦਾ। ਇੱਕ ਕਲਾਇੰਟ ਸੀ ਮੇਰਾ ਕੋਈ ਆਪਣਾ ਹੀ, ਤੇ ਉਹ ਆਪਣੇ ਆਪ ਹੀ ਜਵਾਬ ਦੇਤਾ। ਮੈਂ ਕਿਹਾ ਕੀ ਲਿਖਿਆ ਸੀ ਫਾਈਲ 'ਚ, ਤੈਨੂੰ ਚਿੱਠੀ ਉਹਦੇ 'ਚ ਨਾ ਉਹਨਾਂ ਨੂੰ ਹੀ ਆਉਂਦੀ ਹੈ, ਕੰਸਲਟੈਂਟ ਨੂੰ ਇਹਦੇ ਬਾਰੇ ਪਤਾ ਨਹੀਂ ਲੱਗਦਾ। ਮੈਂ ਜਿੰਨੇ ਮੇਰੇ ਕਲਾਇੰਟ ਹੈ ਮੈਂ ਸਾਰਿਆਂ ਨਾਲ ਕਮਿਊਨੀਕੇਟ ਕਰਦਾ, ਜੇ ਤੁਹਾਨੂੰ ਚਿੱਠੀ ਆਉਂਦੀ ਹੈ ਮੈਨੂੰ ਕਮਿਊਨੀਕੇਟ ਕਰੋ, ਕਿਉਂਕਿ ਮੈਂ ਤਾਂ ਦਿਨ ਰਾਤ ਹੀ ਕੰਮ ਕਰਦਾ, ਤੁਹਾਡੇ ਵਾਸਤੇ ਤਾਂ ਪਹਿਲੀ ਵਾਰ ਫਾਈਲ ਲੱਗਣੀ ਹੈ। ਸੋ ਉਹਦੇ 'ਚ ਇਹ ਕਿ ਉਹਨੇ ਆਪਣੀ ਫਾਈਲ ਅਪਵਾਤੀ। ਮੈਂ ਕਿਹਾ ਇਹ ਤੁਸੀਂ ਕੀ ਕੀਤਾ, ਇਹਦੇ ਤਾਂ ਕੁਝ ਪਾਏ ਨਹੀਂ ਤੁਸੀਂ, ਉਹਨਾਂ ਨੇ ਜੋ ਮੰਗਿਆ ਤਾਂ ਦਿੱਤਾ ਨਹੀਂ, ਬਿਕੋਜ਼ ਈਚ ਐਂਡ ਐਵਰੀਥਿੰਗ ਹੈਜ਼ ਟੂ ਬੀ ਪ੍ਰੋਪਰਲੀ ਸਟੱਡੀਡ ਐਂਡ ਦੈਨ ਓਨਲੀ ਸੈਂਡ ਦ ਫਾਈਲ। ਤੇ ਉਸ ਕੇਸ 'ਚ ਮੈਂ ਦੁਬਾਰਾ ਤੋਂ ਉਹਨਾਂ ਦੀ ਫਾਈਲ ਕੰਸਟਰਕਟ ਕੀਤੀ, ਦੁਬਾਰਾ ਬਣਾ ਕੇ ਸਾਰਾ ਐਕਸਪਲੇਨੇਸ਼ਨ ਲਗਾ ਕੇ, ਕਿਉਂਕਿ ਮੇਰੇ ਵਾਸਤੇ ਹਰ ਮੇਰਾ ਕੇਸ ਬੜਾ ਇੰਪੋਰਟੈਂਟ ਹੈ ਕਿ ਮੈਂ ਜਿਹੜਾ ਵੀ ਕੇਸ ਚੁੱਕ ਰਿਹਾ ਤਾਂ ਉਹਨੂੰ ਮੈਂ ਨਿਆਂ ਦੇਵਾਂ, ਆਪਣਾ ਮੈਂ ਪੂਰਾ 100% ਐਫਰਟ ਦੇਵਾਂ। ਵੀਜ਼ਾ ਲੱਗਣਾ ਨਾ ਲੱਗਣਾ ਮੇਰੇ ਹੱਥ ਵਿੱਚ ਨਹੀਂ, ਪਰ ਮੇਰੀ ਆਪਣਾ ਜਿਹੜਾ ਐਫਰਟ ਹੈ ਮੇਰਾ ਤੇ ਮੇਰੀ ਟੀਮ ਦਾ 100% ਅਸੀਂ ਲੋਕ ਐਫਰਟ ਕਰਦੇ ਹਾਂ। ਇਹੀ ਰੀਜ਼ਨ ਹੈ ਕਿ ਮੇਰਾ ਜਿਹੜਾ ਸਕਸੈਸ ਰੇਟ ਹੈ ਬਹੁਤ ਹੈਵੀ ਹੈ, ਬਹੁਤ ਹਾਈ ਹੈ। ਜੇ ਇੱਕ ਅੱਧਾ ਰਿਫਿਊਜ਼ ਹੋਇਆ ਵੀ ਹੈ ਉਹ ਕਲਾਇੰਟ ਦੀ ਆਪਣੀ ਗਲਤੀ ਨਾਲ ਹੋਇਆ, ਔਰ ਜਿਹੜੀ ਉਹਦੀ ਆਪਣੀ ਗਲਤੀ ਨਾਲ ਹੋਇਆ ਉਹ ਵਾਪਸ ਮੁੜਿਆ ਮੇਰੇ ਕੋਲ, ਉਹਨੇ ਦੁਬਾਰਾ ਤੋਂ ਫਾਈਲ ਮੇਰੇ ਤੋਂ ਲਵਾਈ। ਕਿਉਂਕਿ ਆਮ ਤੌਰ ਤੇ ਜੇ ਕਲਾਇੰਟ ਨੂੰ ਲੱਗੇ ਕਿ ਵੀ ਗਲਤੀ ਕੰਸਲਟੈਂਟ ਦੀ, ਉਹ ਦੁਬਾਰਾ ਤੁਹਾਡੇ ਕੋਲ ਨਹੀਂ ਵਾਪਸ ਮੁੜਦਾ, ਉਹ ਵਾਪਸ ਮੇਰੇ ਕੋਲ, ਮੈਨੂੰ ਇਹਦੇ ਹੀ ਬਹੁਤ ਮਾਣ ਆਦਰ ਹੈ ਕਿ ਉਹ ਬੰਦਾ ਮੇਰੇ ਕੋਲ ਵਾਪਸ ਮੁੜਿਆ ਆਪਣੀ ਗਲਤੀ ਮੰਨ ਕੇ। ਹਾਂਜੀ, ਉਹਨੂੰ ਉਹ ਰਿਫਿਊਜ਼ਲ ਨੂੰ ਮੈਂ ਰਿਫਿਊਜ਼ਲ ਨਹੀਂ ਕਹਿੰਦਾ, ਮੈਂ ਫਿਰ ਵੀ ਕਹਿੰਦਾ 90% 'ਚ ਮੇਰੇ ਪੋਜ਼ਿਟਿਵ ਕੇਸਿਸ ਹੈ। ਜਿਵੇਂ ਹੁਣ ਆਖਰੀ ਸਵਾਲ ਮੇਰਾ ਇਹੀ ਹੋਏਗਾ, ਅਗਸਤ ਦਾ ਆਲਮੋਸਟ ਮਿਡ ਆ ਗਿਆ ਵਾ, ਤੇ ਅਜਿਹੇ ਦੇ ਵਿੱਚ ਕਿੰਨਾ ਕੁ ਸਮਾਂ ਲੱਗੇਗਾ, ਕਿਉਂਕਿ ਕਾਫੀ ਟਾਈਮ ਲੰਘ ਚੁੱਕਿਆ ਵਾ ਤੇ ਥੋੜਾ ਜਿਹਾ ਟਾਈਮ ਰਹਿ ਗਿਆ ਅਗਲੀ ਐਪਲੀਕੇਸ਼ਨਸ ਆਉਣ ਨੂੰ, ਕਦੋਂ ਤੱਕ ਪ੍ਰੋਗਰਾਮ ਦੂਸਰਾ ਖੁੱਲ ਸਕਦਾ ਹੈ ਤੇ ਕਿੰਨੀ ਛੇਤੀ ਭਰਨ ਦੀ ਉਮੀਦ ਹੈ? ਦੇਖੋ, ਜਿਹੜਾ ਤਾਂ ਚਾਈਲਡ ਕੇਅਰ ਵਾਲਾ ਉਹਨੇ ਫਿਰ ਕੁਇਕਲੀ ਭਰ ਜਾਣਾ, ਕਿਉਂਕਿ ਆਪਾਂ ਦੇਖਦੇ ਆ ਰਹੇ ਪਿਛਲੇ ਕਈ ਸਾਲਾਂ ਤੋਂ ਕਿ ਜਨਵਰੀ 2023 ਦੇ ਵਿੱਚ 2.5 ਘੰਟੇ ਦੇ ਵਿੱਚ, 2.5 ਮਹੀਨੇ ਨਹੀਂ 2.5 ਘੰਟੇ ਵਿੱਚ ਪ੍ਰੋਗਰਾਮ ਬੰਦ ਹੋ ਗਿਆ। ਮੈਂ ਇਹ ਵੀ ਕਹਿ ਰਿਹਾ ਕਿ ਜ਼ਰੂਰੀ ਨਹੀਂ ਕਿ ਹਰ ਕੰਸਲਟੈਂਟ ਨੇ ਐਪਲੀਕੇਸ਼ਨ ਲਗਾ ਦਿੱਤੀ ਹੋਏ ਤੁਹਾਡੀ 2023 ਜਨਵਰੀ ਵਾਸਤੇ। ਸੋ ਐਸੀਆਂ ਜੀ ਐਪਲੀਕੇਸ਼ਨ ਜੇ ਨਹੀਂ ਵੀ ਲੱਗੀਆਂ ਹੋਈਆਂ ਉਹ ਸਾਰੇ ਮੈਨੂੰ ਕੰਟੈਕਟ ਕਰੋ, ਕਿਉਂਕਿ ਅਜੇ ਵੀ ਤੁਹਾਡੇ ਕਾਗਜ਼ ਪੱਤਰ ਕਾਫੀ ਘੱਟ ਹੋਣਗੇ ਜਿਹੜੇ ਮੈਂ ਤੁਹਾਨੂੰ ਪੂਰੇ ਕਰਾਣੇ ਹੋਣਗੇ। ਨਿੱਕਾ ਕਰਕੇ ਵੀ ਕਈ ਵਾਰ ਮੈਨੂੰ ਇਸ ਤਰ੍ਹਾਂ ਦੇ ਕਲਾਇੰਟ ਵੀ ਕਹਿੰਦੇ ਕਿ ਸਾਡੀ ਸਾਰੀ ਐਪਲੀਕੇਸ਼ਨ ਬਣੀ ਹੋਈ ਹੈ ਤੇ ਸਾਡੀ ਫਾਈਲਿੰਗ ਕਰ ਦਿਓ, ਪਰ ਜਦੋਂ ਉਹਨਾਂ ਨਾਲ ਡਿਸਕਸ਼ਨ ਕੀਤੀ ਜਾਂਦੀ ਹੈ, ਉਹਨੂੰ ਪੁੱਛਿਆ ਜਾਂਦਾ ਕਿ ਕਿਹੜੇ ਡਾਕੂਮੈਂਟ ਸੀ, ਉਹ ਕੁਝ ਇਸ ਤਰ੍ਹਾਂ ਦੇ ਡਾਕੂਮੈਂਟ ਨਿਕਲੇ ਆਉਂਦੇ ਜੋ ਉਹਨਾਂ ਨੂੰ ਵੀ ਉਹਦਾ ਇਨਫੋਰਮੇਸ਼ਨ ਨਹੀਂ ਹੁੰਦੀ। ਤਾਂ ਫਿਰ ਇਹ ਹੈ ਕਿ ਉਹ ਖੁਸ਼ ਵੀ ਬੜੇ ਹੁੰਦੇ ਕਿ ਸਾਡਾ ਠੀਕ ਹੈ ਟਾਈਮ ਲਗਾ ਦਿੱਤਾ, ਜ਼ਿਆਦਾ ਲਗਾ ਦਿੱਤਾ, ਪਰ ਸਾਡੀ ਐਪਲੀਕੇਸ਼ਨ ਬਿਲਕੁਲ ਤਿਆਰ ਹੋ ਕੇ ਗਈ ਹੈ। ਔਰ ਜਿਹਦੇ 'ਚ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ 1 ਜਨਵਰੀ ਬਹੁਤ ਨੇੜੇ ਆ ਰਿਹਾ ਹੈ। ਜਿਹੜੀ ਐਪਲੀਕੇਸ਼ਨਸ ਚਾਹੇ ਹੋਮ ਚਾਈਲਡ ਕੇਅਰ ਦੀਆਂ ਹੈਗੀਆਂ, ਚਾਹੇ ਹੋਮ ਸਪੋਰਟ ਵਰਕਰ ਦੀਆਂ ਹੈਗੀਆਂ, ਉਹ ਸਾਰੀਆਂ ਨੂੰ ਰੀਫਾਈਲ ਔਰ ਪ੍ਰੈਪਰੇਸ਼ਨ ਕਰਨ ਵਾਸਤੇ ਤੁਸੀਂ ਹੁਣ ਵੀ ਮੈਨੂੰ ਕੰਟੈਕਟ ਕਰੋ, ਤਾਂ ਕਿ ਮੈਂ ਤੁਹਾਡੀ ਸਾਰੀ ਐਪਲੀਕੇਸ਼ਨ 15 ਦਸੰਬਰ ਜਾਂ 30 ਦਸੰਬਰ ਤੱਕ ਤਿਆਰ ਕੀਤੀ ਹੋਏ ਤੇ ਅਸੀਂ ਜਿਵੇਂ ਹੀ ਪਹਿਲੀ ਆਏ ਤੇ ਉਦੋਂ ਤੁਹਾਡੀ ਸਾਰਿਆਂ ਦੀ ਐਪਲੀਕੇਸ਼ਨ ਨੂੰ ਜਿਹਨੂੰ ਫਿਟ ਕਰ ਦਈਏ, ਤਾਂ ਕਿ ਤੁਹਾਡਾ ਕੈਨੇਡਾ ਆਉਣ ਦਾ ਸੁਪਨਾ ਸਾਕਾਰ ਹੋ ਸਕੇ। ਜੀ ਬਿਲਕੁਲ। ਜਿਹੜੇ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਤੁਹਾਨੂੰ ਸੁਣ ਰਹੇ ਨੇ, ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਹੋ ਤੇ ਕਦੋਂ ਕਿਵੇਂ ਕਿੱਥੇ ਕੰਟੈਕਟ ਕਰ ਸਕਦੇ ਹੋ? ਮੈਂ ਦੱਸਣਾ ਚਾਹੁੰਦਾ, ਜਿਵੇਂ ਤੁਸੀਂ ਮੈਨੂੰ ਜਾਣਦੇ ਹੋ, ਮੈਂ ਨੈਨੀ ਐਂਡ ਕੇਅਰ ਗਿਵਰ ਤਾਂ ਕਰਦਾ ਹੀ ਹੈਗਾ ਕਈ ਸਾਲਾਂ ਤੋਂ। ਇਹਦੇ ਇਲਾਵਾ ਜਿਹੜੇ ਲੋਕਲ ਇੱਥੇ ਬਿਜ਼ਨੈਸ, ਜਿਹੜਾ ਮਰਜ਼ੀ ਬਿਜ਼ਨਸ ਹੋ, ਚਾਹੇ ਟਰੱਕਿੰਗ ਹੋਏ, ਚਾਹੇ ਆਟੋ ਇੰਡਸਟਰੀ ਹੋਏ, ਚਾਹੇ ਹੋਟਲ ਮੋਟਲ ਹੋਏ, ਜੇ ਉਹਨਾਂ ਨੂੰ ਆਪਣੇ ਲੋੜੀਂਦੇ EMPLOYEES ਨਹੀਂ ਲੱਭ ਰਹੇ, ਉਹ ਮੈਨੂੰ ਕੰਟੈਕਟ ਕਰਨ। ਉਹਨਾਂ ਵਾਸਤੇ LMIA ਦੀ ਸਰਵਿਸ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੀ ਸਰਵਿਸਿਜ਼ ਵੀ ਮੈਂ ਪ੍ਰੋਵਾਈਡ ਕਰਦਾ। LMIA ਲੈ ਕੇ ਦੇਣਾ ਤਾਂ ਕਿ ਉਹ ਆਪਣੇ ਹਿਸਾਬ ਦੇ ਨਾਲ ਆਪਣੇ EMPLOYEES ਨੂੰ ਚੂਜ਼ ਕਰ ਸਕਣ। ਇਹਦੇ ਇਲਾਵਾ ਸਟੱਡੀ ਵੀਜ਼ਾ ਦੇ ਵਿੱਚ ਕਿਸੇ ਨੇ ਅਪਲਾਈ ਕਰਨਾ ਹੈ ਜਾਂ ਕੋਈ ਰਿਫਿਊਜ਼ਲ ਹੈ, ਵਿਜ਼ਟਰ ਵੀਜ਼ਾ ਵਿੱਚ ਰਿਫਿਊਜ਼ਲ ਹੈ, 1 2 3 4 ਵਾਰੀ ਰਿਫਿਊਜ਼ਲਸ ਹੈ, ਉਹ ਮੈਨੂੰ ਕੰਟੈਕਟ ਕਰਨ। ਮੈਨੂੰ ਬਹੁਤ ਹੀ ਤਜਰਬਾ ਹੈਗਾ ਰਿਫਿਊਜ਼ਲ ਕੇਸਿਸ ਤੋਂ। ਪੋਜ਼ੀਟਿਵ ਮੇਰੇ ਕੇਸਿਸ ਪੋਜ਼ੀਟਿਵ ਹੁੰਦੇ। ਇਹਦੇ ਇਲਾਵਾ ਜਿਹੜੇ ਸਟੂਡੈਂਟਸ ਲੋਕਲ ਕੈਨੇਡਾ ਦੇ ਵਿੱਚ ਹੈਗੇ, ਕੋਈ ਆਪਣਾ ਕਾਲਜ ਦੀ ਅਦਲਾ ਬਦਲੀ ਕਰਨਾ ਚਾਹੁੰਦੇ ਹੋਣ, ਕੋਈ ਕੈਨੇਡਾ ਐਕਸਪੀਰੀਅੰਸ ਕਲਾਸ ਦੀ ਫਾਈਲ ਲਗਾਉਣਾ ਚਾਹੁੰਦੇ ਹੋਣ, ਕਿਸੇ ਤਰ੍ਹਾਂ ਦਾ ਵੀ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ ਤੁਸੀਂ ਮੈਨੂੰ ਉਹਦੇ ਬਾਰੇ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਆਫਿਸ ਗੁਰਦੁਆਰਾ ਦਸ਼ਮੇਸ਼ ਦਰਬਾਰ 215 ਯੂਨਿਟ ਨੰਬਰ 215 4515 ਐਬੀਨੇਜ਼ਰ ਰੋਡ, ਗੁਰਦੁਆਰਾ ਦਸ਼ਮੇਸ਼ ਦਰਬਾਰ ਵਾਲੇ ਪਲਾਜ਼ਾ ਸਥਿਤ ਹੈ। 10 ਤੋਂ ਲੈ ਕੇ 5 ਵਜੇ ਤੱਕ ਐਵਰੀ ਡੇ ਅਸੀਂ ਕੰਮ ਕਰਦੇ ਹਾਂ। ਇਵਨ ਸੈਟਰਡੇ ਵੀ ਓਪਨ ਹੈ ਤੇ ਔਨ ਅਪਾਇੰਟਮੈਂਟ ਸਮਟਾਈਮ ਔਨ ਸੰਡੇਜ਼ ਆਲਸੋ ਆਮ ਅਵੇਲੇਬਲ। ਇਹਦੇ ਇਲਾਵਾ ਮੇਰਾ ਜਿਹੜਾ ਫ਼ੋਨ ਨੰਬਰ ਹੈਗਾ 4168483930 ਜਾਂ 416-848-3930 ਹੈ। ਦੂਜਾ ਮੇਰਾ ਆਫਿਸ ਮੋਹਾਲੀ 6 ਫੇਜ਼ SCF 28 ਫੇਜ਼ 6 ਮੋਹਾਲੀ ਵਿੱਚ ਸਥਿਤ ਹੈ ਤੇ ਉੱਥੇ ਵੀ ਮੈਨੂੰ ਕੰਟੈਕਟ ਕੀਤਾ ਜਾ ਸਕਦਾ। ਜੀ, ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ। ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ, ਤੇ ਸਾਰੇ ਦਰਸ਼ਕਾਂ ਦਾ ਮੈਨੂੰ ਸੁਣਨ ਵਾਸਤੇ।
ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਨੈਨੀ ਦੇ ਬਾਰੇ ਵਿੱਚ ਹੋਰ ਜਾਣਕਾਰੀ ਚਾਹੁੰਦੇ ਹੋ ਜਾਂ ਆਪਣੇ ਪ੍ਰੋਸੈਸ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਅਪਲਾਈ ਕਰਨਾ ਚਾਹੁੰਦੇ ਹੋ, ਸੋ ਤੁਸੀਂ ਹਰਮਨਜੋਤ ਸੋਢੀ ਜੀ ਨੂੰ ਕੰਟੈਕਟ ਕਰ ਸਕਦੇ ਹੋ। ਨੈਨੀ ਵੀਜ਼ੇ ਦੇ ਵਿੱਚ ਕਾਫੀ ਮੁਹਾਰਤ ਰੱਖਦੇ ਨੇ ਤੇ ਡਿਟੇਲਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।